ਢੋਲਤ ਢੂਡਤ ਹੋ ਫਿਰੀ। ਰਾਮ ਕਲੀ ਮਹੱਲਾ ਪਹਿਲਾ। ਦੱਖਣੀ ਓੰਕਾਰ ਸਰਲੇਖ ਹੇਠ। ਪਹਿਲੇ ਪਾਤਸ਼ਾਹ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦੀ ਉਚਾਰਨ ਕੀਤੀ ਹੋਈ ਦੱਖਣੀ ਓੰਕਾਰ ਨਾਮੇ ਗੁਰਬਾਣੀ ਦੀ ਕਥਾ ਵਿਚਾਰ ਚੱਲ ਰਹੀ ਹੈ, ਜਿਸ ਦੀਆਂ 30 ਪੌੜੀਆਂ ਦੀ ਵਿਚਾਰ ਪਿੱਛੇ ਆਪ ਸਰਵਣ ਕਰ ਚੁੱਕੇ ਹੋ। ਅੱਜ 31ਵੀਂ ਪੌੜੀ ਪ੍ਰਾਰੰਭ ਹੋ ਰਹੀ ਹੈ। ਢੰਡੋਲਤ ਢੂਡਤ ਹੋ ਫਿਰੀ। ਖੋਜਣ ਵਾਲੀ ਹੋ ਕੇ ਵੇਦਾਂ ਸ਼ਾਸਤਰਾਂ ਨੂੰ ਖੋਜਦੀ ਮੈਂ ਫਿਰਦੀ ਰਹੀ, ਜਾਂ ਹੰਗਤਾ ਦੀ ਸੈਰ ਭਾਲਦੀ ਰਹੀ। ਟਹ ਟਹ ਪਵਨ ਕਰਾਰ। ਤੇ ਮੈਂ ਕੀ ਵੇਖਿਆ, ਜੋ ਵਰ ਲੈ ਲੈ ਕੇ ਦੁਨੀਆ ਵਿੱਚ ਵੱਡੇ ਵੱਡੇ ਰਾਵਣ ਵਰਗੇ ਕਿਨਾਰੇ ਸੀ, ਜਾਂ ਬੜੇ ਪੱਕੇ ਕਿਨਾਰੇ ਬਣੇ ਹੋਏ ਸੀ, ਉਹ ਢਹਿ ਢਹਿ ਕੇ ਮੌਤ ਰੂਪ ਨਦੀ ਦੇ ਵਿੱਚ ਪਵਨ ਪੈ ਗਏ, ਡਿੱਗ ਗਏ ਹਨ। ਇਸੇ ਪ੍ਰਕਾਰ ਟਹ ਟਹ ਪਵਨ ਕਰਾਰ। ਬੜੇ ਬੜੇ ਕਿਨਾਰੇ ਭਾਵ ਤਾਕਤਵਰ ਸਰੀਰਾਂ ਵਾਲੇ ਕਾਲ ਰੂਪ ਨਦੀ ਵਿੱਚ ਪੈ ਕੇ ਡਿੱਗ ਰਹੇ ਹਨ। ਭਾਰੀ ਟਹ ਤੇ ਟਹ ਪਏ। ਜਿਹੜੇ ਪਾਪਾਂ ਕਰਕੇ ਭਾਰੀ ਆਪਣੇ ਤੋਂ ਕਮਜ਼ੋਰ ਲੋਕਾਂ ਨੂੰ ਢਾਉਂਦੇ ਨਾਸ਼ ਕਰਦੇ ਸਨ, ਉਹ ਅੰਤ ਨੂੰ ਕਾਲ ਦੇ ਅੱਗੇ ਢਹਿ ਪਏ, ਡਿੱਗ ਪਏ। ਜਾਂ ਪਾਪਾਂ ਕਰਕੇ ਭਾਰੇ ਪੁਰਸ਼ ਢਹਿੰਦੇ ਢਹਿੰਦੇ ਯਮਦੂਤਾਂ ਦੇ ਅੱਗੇ ਡਿੱਗ ਪਏ ਅਤੇ ਹਉਦੇ ਨਿਕਸੇ ਪਾਰ। ਪਾਪਾਂ ਤੋਂ ਰਹਿਤ ਹੋਣੇ ਕਰਕੇ ਹਲਕੇ ਪਾਪ ਪੁੰਨੀ ਪੁਰਖ ਸਨ, ਉਹ ਸੰਸਾਰ ਸਮੁੰਦਰ ਤੋਂ ਨਿਕਲ ਕੇ ਮੁਕਤ ਰੂਪ ਕਿਨਾਰੇ ਤੇ ਪਹੁੰਚ ਗਏ ਹਨ। ਜਾਂ ਇਸੇ ਪ੍ਰਕਾਰ ਭਾਰੀ ਟਹ ਤੇ ਟਹ ਪਏ। ਜਿਹੜੇ ਹੰਕਾਰ ਉਭਾਰ ਕਰਕੇ ਹਰਨਾਖਸ਼ ਵਰਗੇ ਪ੍ਰਹਿਲਾਦ ਆਦਿ ਭਗਤਾਂ ਨੂੰ ਢਾਉਣ ਭਾਵ ਨਾਸ਼ ਕਰਨ ਵਾਲੇ ਸਨ, ਉਹ ਢਹਿ ਗਏ। ਅਤੇ ਜੋ ਪ੍ਰਹਿਲਾਦ ਵਰਗੇ ਹਉਲੇ ਨਿਕਸੇ ਪਾਰ। ਹੌਲੇ ਭਾਵ ਨਿਮਰਤਾ ਵਾਲੇ ਉਹ ਸਨ, ਉਹ ਸੰਸਾਰ ਸਮੁੰਦਰ ਤੋਂ ਪਾਰ ਮੁਕਤ ਰੂਪ ਕਿਨਾਰੇ ਉੱਤੇ ਨਿਕਲ ਗਏ ਹਨ। ਅਰਥਾਤ ਜੋ ਜੀਵ ਕਾਮਨਾ ਦੇ ਸਹਿਤ ਭਾਰੇ ਹਨ, ਉਹ ਕਾਮਨਾ ਦੀ ਪ੍ਰਾਪਤੀ ਦੇ ਵਿੱਚ ਹੀ ਡਿੱਗ ਜਾਂਦੇ ਰਹਿ ਜਾਂਦੇ ਹਨ, ਪਰ ਪਰਮੇਸ਼ਰ ਨੂੰ ਪਾ ਨਹੀਂ ਸਕਦੇ। ਅਤੇ ਜੋ ਨਿਸ਼ਕਾਮੀ ਪੁਰਖ ਨੇ, ਉਹ ਸੰਸਾਰ ਸਮੁੰਦਰ ਚੋਂ ਨਿਕਲ ਕੇ ਮੁਕਤੀ ਦੇ ਤਾਈਂ ਪਾਉਂਦੇ ਹਨ। ਅਮਰ ਅਜਾਚੀ ਹਰ ਮਿਲੇ। ਜੋ ਮਰਨ ਤੋਂ ਰਹਿਤ ਅਤੇ ਨਾ ਮੰਗਣ ਵਾਲੇ ਨਿਸ਼ਕਾਮੀ ਪੁਰਖ ਸੰਤਾਂ ਨੂੰ ਪਰਮੇਸ਼ਰ ਜੀ ਨੂੰ ਮਿਲੇ ਪ੍ਰਾਪਤ ਹੋਏ ਹਨ। ਇਸੇ ਪ੍ਰਕਾਰ ਅਮਰ ਅਜਾਚੀ ਹਰ ਮਿਲੇ। ਅਜਾਚੀ ਜਿਨ੍ਹਾਂ ਵਿੱਚ ਯਾਚਨਾ ਨਹੀਂ ਸੀ, ਭਾਵ ਨਿਸ਼ਕਾਮ ਭਗਤੀ ਵਾਲਿਆਂ ਨੂੰ ਅਮਰ ਕਦੇ ਨਾ ਮਰਨੇ ਵਾਲੇ ਹਰ ਮਿਲੇ, ਹਰੀ ਪਰਮੇਸ਼ਰ ਜੀ ਮਿਲੇ ਹਨ। ਤਿਨ ਕੈ ਹਾਂ ਬਲ ਜਾ। ਤਿਨਾਂ ਦੇ ਉੱਪਰੋਂ ਮੈਂ ਬਲਿਹਾਰ ਕੁਰਬਾਨ ਜਾਂਦਾ ਹਾਂ। ਤਿਨ ਕੀ ਧੂੜ ਅਕੁਲੀਐ। ਤਿਨਾਂ ਨਿਸ਼ਕਾਮੀ ਪੁਰਖ ਸੰਤਾਂ ਦੇ ਚਰਨਾਂ ਦੀ ਧੂੜੀ ਗ੍ਰਹਿਣ ਕਰਨ ਦੇ ਨਾਲ ਅਕੁਲੀਐ ਛੁੱਟੀਦਾ ਹੈ, ਮੁਕਤ ਹੋ ਜਾਈਦਾ ਹੈ। ਸੰਗਤ ਮੇਲ ਮਿਲਾ। ਜੇ ਪਰਮੇਸ਼ਰ ਜੀ ਕਿਰਪਾ ਕਰਕੇ ਅਜਿਹੇ ਪੁਰਖਾਂ ਦੀ ਸੰਗਤ ਦੇ ਨਾਲ ਮੇਲ ਕਰਵਾ ਦੇਣ, ਤਾਂ ਉਹ ਨਾਮ ਸਤਿਰੂਪ ਦੇ ਨਾਲ ਮਿਲਾਉਣਾ ਕਰਦੇ ਹਨ। ਇਸੇ ਪ੍ਰਕਾਰ ਸੰਗਤ ਮੇਲ ਮਿਲਾ। ਇਸ ਲਈ ਸਾਨੂੰ ਕੀ ਚਾਹੀਦਾ?
ਆਪਣੇ ਆਪ ਨੂੰ ਉਹਨਾਂ ਨਿਸ਼ਕਾਮੀ ਪੁਰਖਾਂ ਸੰਤਾਂ ਦੀ ਸੰਗਤ ਦੇ ਮੇਲ ਵਿੱਚ ਮਿਲਾਉਣਾ ਕਰੋ। ਜਾਂ ਕੁਝ ਵੀ ਨਹੀਂ ਹੁੰਦਾ, ਇਹ ਅਰਦਾਸ ਤਾਂ ਕਰੀਏ ਕਿ ਹੇ ਪਰਮੇਸ਼ਰ ਉਹਨਾਂ ਦੀ ਸੰਗਤ ਦੇ ਮੇਲ ਵਿੱਚ ਕਿਰਪਾ ਕਰਕੇ ਸਾਨੂੰ ਮਿਲਾ ਦੇਵੋ ਜੀ। ਮਨ ਦੀਆ ਗੁਰੇ ਆਪਣਾ, ਜਿਨ੍ਹਾਂ ਨੇ ਆਪਣੇ ਸਤਿਗੁਰਾਂ ਨੂੰ ਮਨ ਬੇਟਾ ਕਰ ਦਿੱਤਾ ਹੈ, ਪਾਇਆ ਨਿਰਮਲ ਨਾਮ। ਉਹਨਾਂ ਨੇ ਗੁਰਾਂ ਪਾਸੋਂ ਉਜਲ ਸਰੂਪ ਪਰਮੇਸ਼ਰ ਦਾ ਨਾਮ ਪਾਉਣਾ ਕੀਤਾ ਹੈ। ਜਾਂ ਮਲ ਵਖੀਬ ਦੀ ਮੈਲ ਤੋਂ ਰਹਿਤ ਕਰਨ ਵਾਲਾ ਨਾਮ ਅੰਮ੍ਰਿਤ ਪਾਉਣਾ ਕੀਤਾ ਹੈ। ਜਿਨ ਨਾਮ ਦਿਆ ਤਿਸ ਸੇਵਸਾ, ਜਿਸ ਸਤਿਗੁਰੂ ਸਾਹਿਬ ਜੀ ਨੇ ਮੈਨੂੰ ਪ੍ਰਭੂ ਦਾ ਨਾਮ ਦਿੱਤਾ ਹੈ, ਤਿਨਾਂ ਸਤਿਗੁਰਾਂ ਜੀ ਨੂੰ ਹਰ ਵਕਤ ਸੇਵਨਾ ਕਰਦਾ ਹਾਂ ਜਾਂ ਤਨ ਕਰਕੇ ਸੇਵਦਾ ਹਾਂ। ਤਿਸ ਬਲਿਹਾਰ ਜਾ, ਅਤੇ ਤਿੰਨਾਂ ਸਤਿਗੁਰਾਂ ਦੇ ਉੱਪਰੋਂ ਮਨ ਕਰਕੇ ਬਲਿਹਾਰ ਕੁਰਬਾਨ ਜਾਂਦਾ ਹਾਂ। ਜੋ ਸਾਰੇ ਸੋ ਢਾਹਸੀ, ਜੋ ਪਰਮੇਸ਼ਰ ਸੰਸਾਰ ਨੂੰ ਉਸਾਰਦਾ ਪੈਦਾ ਕਰਦਾ ਹੈ, ਉਹੀ ਢਾਉਂਦਾ ਪਰਲੋ ਕਰਦਾ ਹੈ। ਤਿਸ ਬਿਨ ਅਵਰ ਨਾ ਕੋਈ, ਤਿਸ ਪਰਮੇਸ਼ਰ ਤੋਂ ਬਿਨਾ ਹੋਰ ਕੋਈ ਵੀ ਉਤਪਤੀ ਲੈਤਾ ਕਰਨ ਵਾਲਾ ਨਹੀਂ ਹੈ। ਇਸੇ ਪ੍ਰਕਾਰ ਜੋ ਸਾਰੇ ਸੋ ਢਾਹਸੀ, ਜੋ ਪਰਮੇਸ਼ਰ ਮਨਮੁਖਾਂ ਦੇ ਹਿਰਦੇ ਵਿੱਚ ਆਸਰੀ ਸੰਪਦਾ ਨੂੰ ਪੈਦਾ ਕਰਦਾ ਹੈ, ਉਹੀ ਗਿਆਨਮਾਨਾਂ ਦੇ ਹਿਰਦੇ ਵਿੱਚੋਂ ਆਸੁਰੀ ਸੰਪਦਾ ਨੂੰ ਢਾਉਂਦਾ ਨਾਸ਼ ਕਰਦਾ ਹੈ। ਤਿਸ ਬਿਨ ਅਵਰ ਨਾ ਕੋਈ, ਪੂਰਨ ਗਿਆਨ ਹੋਣ ਤੋਂ ਉਸ ਵਾਹਿਗੁਰੂ ਦੇ ਬਿਨਾ ਅਵਰ ਅਸਥਾਨ ਵਿੱਚ ਹੋਰ ਕੋਈ ਵੀ ਨਹੀਂ ਦਿਖਦਾ ਹੈ। ਗੁਰ ਪ੍ਰਸਾਦੀ ਤਿਸ ਸੰਮਲਾ, ਸਤਿਗੁਰਾਂ ਦੀ ਕਿਰਪਾ ਸਦਕਾ ਤਿਸ ਪਰਮੇਸ਼ਰ ਦੇ ਨਾਮ ਨੂੰ ਸੰਭਾਲਦਾ ਯਾਦ ਕਰਦਾ ਰਹੇ। ਤਾ ਤਨ ਦੁਖ ਨਾ ਹੋਇ, ਤਾਂ ਸਰੀਰ ਵਿੱਚ ਕੋਈ ਵੀ ਆਦਿ ਬਿਆਦਿ ਉਪਾਧੀ ਰੂਪ ਦੁੱਖ ਨਹੀਂ ਹੁੰਦਾ ਹੈ। ਨਾ ਕੋ ਮੇਰਾ ਕਿਸ ਗਹੀ, ਮਹਾਰਾਜ ਕਹਿੰਦੇ ਨੇ ਦੁਖ ਭੰਜਨ ਤੇਰਾ ਨਾਮ ਜੀ, ਦੁਖ ਭੰਜਨ ਤੇਰਾ ਨਾਮ, ਆਠ ਪਹਿਰ ਅਰਹਦੀ ਹੈ ਪੂਰਨ ਸਤਿਗੁਰ ਗਿਆਨ। ਜੇ ਮਹਾਰਾਜ ਨੂੰ ਯਾਦ ਕਰਦੇ ਰਹੀਏ ਤਾਂ ਸਭ ਤੋਂ ਵੱਡਾ ਦੁੱਖ ਗੁਰ ਮੰਤਰ ਦਾ ਹੈ। ਵਾਹਿਗੁਰੂ ਮਾਫ ਕਰਨਾ ਹਉਮੈ ਦਾ ਹੈ। ਵਾਹਿਗੁਰੂ ਗੁਰ ਮੰਤਰ ਹੈ, ਜਪ ਹਉਮੈ ਕੋਈ। ਵਾਹਿਗੁਰੂ ਗੁਰ ਮੰਤਰ ਦੇ ਜਾਪ ਕਰਨ ਤੋਂ ਹਉਮੈ ਦਾ ਰੋਗ ਵੀ ਨਾਸ਼ ਹੋ ਜਾਂਦਾ ਹੈ। ਹਉਮੈ ਦੀਰਘ ਰੋਗ ਹੈ, ਦਾਰੂ ਪੀ ਇਸ ਮਾਹੇ, ਕਿਰਪਾ ਕਰੇ ਜੀ ਆਪਣੀ ਤਾਂ ਗੁਰ ਕਾ ਸ਼ਬਦ ਕਮਾਹੇ। ਨਾਨਕ ਕਹੇ ਸੁਣੋ ਜਣੋ, ਇਤ ਸੰਜਮ ਦੁਖ ਜਾਏ। ਗੁਰ ਪ੍ਰਸਾਦੀ ਤੇ ਸਮੁਲਾ ਤਾ ਤਨ ਦੁਖ ਨਾ ਹੋਏ। ਇੱਥੇ ਤਨ ਦਾ ਨਾਮ ਹੈ, ਮਤਲਬ ਮਨ ਤਾਂ ਸੁਖੀ ਹੁੰਦਾ ਹੀ ਹੁੰਦਾ ਹੈ ਵਾਹਿਗੁਰੂ ਨਾਮ ਜਪਣ ਤੋਂ, ਪਰ ਜਿਹੜੀਆਂ ਸਰੀਰ ਦੀਆਂ ਬਿਮਾਰੀਆਂ ਨੇ, ਆਦਿ ਹੈ, ਵਿਆਧੀ ਹੈ, ਉਪਾਧੀ ਹੈ, ਤੀਨੇ ਤਾਪ ਨਿਵਾਰਨ ਹਾਰਾ, ਦੁਖ ਹੰਤਾ ਸੁਖ ਰਾਸ, ਤਾਕੋ ਬਿਗਨ ਨ ਕੋ ਲਾਗੈ, ਜਾ ਕੀ ਪ੍ਰਭ ਆਗੇ ਅਰਦਾਸ। ਜਿਸ ਦੀ ਪਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਹੈ, ਉਸ ਨੂੰ ਕੋਈ ਵੀ ਦੁੱਖ ਨਹੀਂ ਲੱਗਦਾ ਹੈ। ਸੋ ਹੁਣ ਸਤਿਗੁਰੂ ਸਾਹਿਬ ਜੀ ਰਾਣੀ ਅੱਖਰ ਦੁਆਰਾ ਕਥਨ ਕਰਦੇ ਨੇ, ਨਾ ਕੋ ਮੇਰਾ ਕਿਸ ਗਹੀ, ਸੰਸਾਰ ਦੇ ਵਿੱਚ ਗੁਰਾਂ ਤੋਂ ਬਿਨਾ, ਪਰਮੇਸ਼ਰ ਤੋਂ ਬਿਨਾ ਮੇਰਾ ਹੋਰ ਕੋਈ ਨਹੀਂ ਹੈ। ਨਾ ਕੋ ਹੁਆ ਨਾ ਹੋਗ, ਇਸ ਲਈ ਕਿਸ ਗਹੀ, ਦਿਲ ਦੇ ਵਿੱਚ ਕਿਸ ਨੂੰ ਗ੍ਰਹਿਣ ਕਰੀਏ। ਨਾ ਕੋ ਹੁਆ, ਨਾ ਹੁਣ ਕੋਈ ਮੇਰਾ ਹੈ, ਨਾ ਹੋਗ, ਨਾ ਪਿੱਛੇ ਕੋਈ ਹੋਇਆ ਹੈ, ਤੇ ਨਾ ਹੀ ਅੱਗੇ ਨੂੰ ਕੋਈ ਹੋਗ ਹੋਵੇਗਾ। ਆਵਣ ਜਾਣ ਵੇ ਗੁਚੀਐ, ਜੋ ਗੁਰਾਂ ਤੋਂ ਜਾਂ ਪਰਮੇਸ਼ਰ ਤੋਂ ਬਿਨਾ
ਹੋਰਨਾਂ ਦੇਵੀ ਦੇਵਤਿਆਂ ਨੂੰ ਆਪਣਾ ਮੰਨੀ ਬੈਠੇ ਨੇ, ਉਹ ਜਨਮ ਧਾਰ ਕੇ ਆਉਣ ਤੇ ਮਰ ਕੇ ਜਾਣ ਵਿੱਚ ਹੀ ਖਰਾਬ ਹੁੰਦੇ ਰਹਿੰਦੇ ਨੇ। ਦੁਬਿਧਾ ਵਿਆਪੈ ਰੋਗ, ਅਤੇ ਉਹਨਾਂ ਨੂੰ ਦੁਬਿਧਾ ਰੋਗ, ਦੁਬਿਧਾ ਰੂਪੀ ਰੋਗ ਵਿਆਪਦਾ ਲੱਗਾ ਰਹਿੰਦਾ ਹੈ। ਜਾਂ ਮਹਾਰਾਜ ਫਰਮਾਉਂਦੇ ਨੇ, ਦੁਬਿਧਾ ਵਿਆਪੈ ਰੋਗ, ਹਉਮੈ ਰੂਪ ਰੋਗ ਕਰਕੇ ਦੁਚਿੱਤਾ ਗੁਣਾ ਵਿਆਪ ਰਿਹਾ, ਜਿਸ ਨਾਲ ਆਉਣ ਜਾਣ ਜੰਮਣ ਮਰਨ ਦੇ ਵਿੱਚ ਖਰਾਬ ਹੋਈਦਾ ਹੈ। ਨਾਮ ਬਿਹੁਣੇ ਆਦਮੀ, ਜੋ ਪਰਮੇਸ਼ਰ ਦੇ ਨਾਮ ਤੋਂ ਬਿਨਾ ਆਦਮੀ ਨੇ ਪੁਰਖ ਹਨ। ਕਲਰ ਕੰਧ ਗਿਰੰਤ, ਉਹ ਇੰਜ ਨਾਸ਼ ਹੋ ਜਾਂਦੇ ਨੇ ਜਿਵੇਂ ਕਲਰ ਰੇਹ ਵਾਲੀ ਕੰਧ ਗਿਰੰਤ ਗਿਰ ਜਾਂਦੀ ਹੈ। ਜਾਂ ਇਸੇ ਪ੍ਰਕਾਰ ਕਲਰ ਕੰਧ ਗਿਰੰਤ, ਪੰਜ ਤੱਤਾਂ ਰੂਪ ਕਲਰ ਦੀ ਦੇਹ ਰੂਪ ਕੰਧ ਹੈ। ਜਾਂ ਦੇਹ ਰੂਪ ਕੰਧ ਨੂੰ ਵਿਸ਼ੇ ਰੂਪ ਕਾਲ ਰੂਪੀ ਕਲਰ ਲੱਗਣ ਕਰਕੇ ਅੰਤ ਨੂੰ ਗਿਰ ਜਾਂਦੀ ਹੈ, ਡਿੱਗ ਪੈਂਦੀ ਹੈ। ਅਰਥਾਤ ਜਿਵੇਂ ਕਲਰ ਸ਼ੋਰੇ ਦੀ ਖਾਧੀ ਹੋਈ ਕੰਧ ਉੱਪਰੋਂ ਦਾ ਸਹੀ ਸਲਾਮਤ ਦਿਖਦੀ ਹੈ, ਪਰ ਅੰਦਰੋਂ ਥੋਤੀ ਹੁੰਦੀ ਹੈ। ਕਿਉਂਕਿ ਅੱਜ ਕੱਲ੍ਹ ਜਿਹੜੀਆਂ ਇੱਟਾਂ ਬਣਦੀਆਂ ਨੇ ਉਹ ਮਿੱਟੀ ਸਹੀ ਨਹੀਂ ਵਰਤਦੇ, ਪਤਾ ਨਹੀਂ ਕੀ ਕੁਛ ਵਿੱਚ ਪਾਉਂਦੇ ਨੇ। ਕਈ ਤਾਂ ਵਿੱਚ ਸੁਣਿਆ ਵੀ ਲੂਣ ਆਦਿਕ ਵੀ ਪਾਉਂਦੇ ਨੇ। ਉਹ ਕੰਧ ਹੁੰਦੀਆਂ ਸਾਰੀ ਸ਼ੋਰਾ ਲੱਗ ਜਾਂਦਾ। ਤੋ ਇਸ ਤਰ੍ਹਾਂ ਜਿਸ ਤਰ੍ਹਾਂ ਖੁਰਕ ਪਈ ਹੁੰਦੀ ਹੈ ਝੜਦੀ ਝੜਦੀ, ਉਹ ਪੱਕੀ ਹੋਣ ਦੇ ਬਾਵਜੂਦ ਵੀ ਰੇਤ ਦੀ ਤਰ੍ਹਾਂ ਮਿੱਟੀ ਦੀ ਤਰ੍ਹਾਂ ਝਾੜੀ ਜਾਂਦੀ ਹੈ। ਇਸੇ ਪ੍ਰਕਾਰ ਪਦਾਰਥਾਂ ਦੀ ਪ੍ਰਾਪਤੀ ਤੇ ਵਿਨਾਸ਼ ਤੋਂ ਲੱਗੀ ਦੁਬਿਧਾ ਦੀ ਰੋਗ ਨਾਲ ਗ੍ਰਸੇ ਜਾਣਾ, ਅੰਦਰੋਂ ਥੋਥਾ ਹੋਣਾ ਹੈ। ਬਾਹਰੋਂ ਤਾਂ ਬੰਦਾ ਚੰਗਾ ਭਲਾ ਦਿਖਦਾ ਕਿ ਸਿੰਘ ਸਾਹਿਬ ਹੈ, ਗਿਆਨੀ ਜੀ ਹੈ, ਪੰਡਤ ਜੀ ਹੈ, ਸੰਤ ਜੀ ਹੈ। ਲੋਕ ਤਾਂ ਬਾਬਾ ਜੀ ਕਹਿੰਦੇ ਨੇ, ਪਰ ਬਾਬਾ ਅੰਦਰੋਂ ਅੰਦਰ ਖਾਧਾ ਪਿਆ ਹੈ। ਕਿਹਦੇ ਨਾਲ? ਦੁਬਿਧਾ ਦੇ ਰੋਗ ਨਾਲ, ਹਉਮੈ ਦੇ ਰੋਗ ਦੇ ਨਾਲ ਅੰਦਰੋਂ ਖਾਲੀ ਹੋਇਆ ਪਿਆ ਹੈ। ਮਤਲਬ ਨਾਮ ਦਾ ਵਾਸਾ ਨਹੀਂ ਹੈ। ਦੁਨੀਆ ਦੇ ਨਾਲੋਂ ਸੰਤਾਂ ਦੇ ਫਰਕ ਹੋਣਾ ਚਾਹੀਦਾ। ਵੀ ਦੁਨੀਆ ਦਾ ਪੈਰ ਪੈਰ ਤੇ ਝੂਠ ਬੋਲਦੀ ਹੈ, ਕਮ ਸੇ ਕਮ ਸੰਤ ਦਾ ਸੱਚ ਬੋਲੇ, ਸੱਚ ਦਾ ਸਾਥ ਦੇਵੇ। ਪਰ ਅੱਜ ਕੱਲ ਕਾਮਯਾਬ ਬੰਦਾ ਉਹ ਹੈ ਜਿਹੜਾ ਰਾਜਨੀਤਿਕ ਹੈ। ਇਹ ਰਾਜਨੀਤੀ ਝੂਠ ਦਾ ਨਾਮ ਹੈ। ਤੇ ਇਸ ਵਾਸਤੇ ਗ੍ਰਸਤੀ ਨੂੰ ਤਾਂ ਬੜਾ ਲਾਲਚ ਹੋਇਆ, ਕਿਉਂਕਿ ਉਹਨੇ ਆਪਦੇ ਬੱਚੇ ਪਾਲਣੇ ਨੇ, ਮੁੜ ਕੇ ਵਿਆਹੁਣੇ ਨੇ, ਘਰ-ਬਾਰ ਦੇ ਵਿੱਚ ਕਾਰੋਬਾਰ ਸੈੱਟ ਕਰਨੇ ਨੇ। ਤੇ ਸਾਧੂ ਸੰਤ ਨੂੰ ਬੜਾ ਕੀ ਮੁਸ਼ਕਲ ਪਈ ਹੋਈ ਵੀ ਉਹ ਗਰਾਈਆਂ ਕਰ ਕਰਕੇ ਪੈਸੇ ਇਕੱਠੇ ਕਰੀ ਜਾਏ, ਡੇਰੇ ਬਣਾਈ ਜਾਏ, ਚੇਲੇ ਚੇਲੀਆਂ ਦੇ ਮੋਹ ਦੇ ਵਿੱਚ ਸੋ ਆਪ ਦਾ ਵਾਧਾ ਕਰੀ ਜਾਏ। ਸੰਤ ਤਾਂ ਕਮ ਸੇ ਕਮ ਨਿਸ਼ਕਾਮੀ ਹੋਣਾ ਚਾਹੀਦਾ। ਜੇ ਲੋਕਾਂ ਨੇ ਪੈਸੇ ਦਿੱਤੇ ਨੇ, ਉਹਦਾ ਕੋਈ ਲੰਗਰ ਲਾਏ ਕਿਸੇ ਧੀ ਭੈਣ ਦੀ, ਸੋ ਉਹਨੂੰ ਸਪਾਂਸਰ ਕਰਕੇ ਉਹਦੀ ਵਿੱਦਿਆ ਨੂੰ, ਉਹਦੀ ਪੜ੍ਹਾਈ ਨੂੰ ਤੇ ਪ੍ਰਮੋਟ ਕਰੇ, ਉਹਦੀ ਵਿਆਹ ਸ਼ਾਦੀ ਵਿੱਚ ਹਿੱਸਾ ਪਾਏ। ਤੇ ਜੇ ਸੰਤ ਹੋ ਕੇ ਵੀ ਪੈਲੀਆਂ ਖਰੀਦਦਾ ਰਿਹਾ, ਡੇਰਿਆਂ ਨੂੰ ਵਧਾਉਂਦਾ ਰਿਹਾ, ਫਿਰ ਤਾਂ ਆਮ ਬੰਦੇ ਨੂੰ ਕੋਈ ਫਰਕ ਨਾ ਹੋਇਆ। ਤੇ ਇਸ ਲਈ ਗ੍ਰਸਤੀ ਬੰਦਾ ਮੈਂ ਵੇਖਿਆ ਵੀ ਪਿਆਰ ਵਾਲਾ ਤੇ ਸੇਵਾ ਵਾਲਾ ਤੇ ਚੰਗੇ ਸੁਭਾਅ ਵਾਲਾ ਹੁੰਦਾ ਹੈ। ਜਿਹੜੇ ਧਾਰਮਿਕ ਬੰਦੇ ਨੇ ਉਹ ਕ੍ਰੋਧ ਦੇ ਨਾਲ, ਹੰਕਾਰ ਨਾਲ ਅੰਦਰੋਂ ਅੰਦਰ ਖਾਧੇ ਪਏ ਹਨ। ਕਲਰੀ ਕੰਧ ਦੀ ਤਰ੍ਹਾਂ ਉੱਪਰੋਂ ਤਾਂ ਸਹੀ, ਪਰ ਅੰਦਰੋਂ ਖਤਮ ਹੋਏ ਪਏ ਹਨ। ਬਿਨ ਨਾਵੈ ਕਿਉਂ ਛੋਟੀਐ, ਨਾ ਤਾਂ ਨਾਮ ਜਪਦੇ ਨੇ, ਨਾ ਸਤ ਕਮਾਉਂਦੇ ਨੇ, ਨਾ ਸੰਤੋਖੀ ਹਨ, ਤੇ ਨਾ ਦਇਆ ਹੈ ਉਹਨਾਂ ਦੇ ਮਨ ਵਿੱਚ, ਨਾ ਵਿਚਾਰ ਹੈ, ਨਾ ਧਰਮ ਹੈ। ਤੋ ਤੁਸੀਂ ਦੱਸੋ
कि गृहस्थी बंदा तो बहाना लाए कि मैं दिहाड़ी करनी है, बच्चों की पालना पोसना करनी है, तो साधु संत होके भी नाम नहीं जपदा, बोरियां फड़ के गड्डियां लैके तुरिया फिरदा है। गराही करने वास्ते किताबां छपाइया हुई ने, अजकल मशीनां ही रखिया हुई लोगों ने, तो कैश मनी दे दिओ। तो इस तरीके दे नाल नाम जपना कोई नहीं, होरना कामां दे विच इधर उधर भटकदे रहना। जे परमेश्वर दे नाम नूं ही नहीं जपिया तां मेन नाम है क्यों छोटी है, नाम तो बिना पर लोक में जाके किस प्रकार छुटकारा हो सकता है, पाप नहीं जी हो सकता। जाई रसातल अंत नाम तो विहीन जिहड़े पुरख ने वो अंत नूं नरकां दे विच जांदे हन। रसातल धरती दे थल्ले ही थल्ले नूं तुरे जांदे, पाप मंद कर्म करके नीवे तो नीवे नरक वल जांदे हन। गणत गणावै अखरी जीव व्याकरण आदि अखरां दी गिणती गिणाउंदे रहिंदे हन कि मैनूं शब्दां दी शुद्धि अशुद्धि दा ज्ञान है, या मैं इतने वेद शास्त्र पढ़िया होया हां। अगणत साचा सोय पर वो सच्चा परमेश्वर गिणती तो रहत है। अज्ञानी मतहीन है बेसमझ पुरख दी जिहड़ी मत बुद्धि हुंदी है वो विवेक ज्ञान तो रहत हुंदी है। इसी तरह अज्ञानी मतहीन है अज्ञानी जीव शुभ मति तो रहत हुंदा है। गुर बिन ज्ञान न होए क्योंकि वो समझदा नहीं कि गुरां तो बिना ज्ञान नहीं हुंदा। भाई रे गुर बिन ज्ञान न होए, पूछो ब्रह्मे नारद वेद व्यास कोय। गुर कृपा तो बिना ब्रह्म ज्ञान की प्राप्ति नहीं जे हुंदी। टूटी तंत्र बाब की जद रबाब की तार ही टुट जावे, वाजै नहीं विजोग तां रबाब दे विचों आवाज निकलदा वियोग होने करके वो वजदा नहीं है। तद रबाब तंत्र दे वियोग होण जान करके गुस्से हो जांदा, रुस जांदा, वजदा ही नहीं है। तार तुंग बगैर वो की वजेगा। विछड़िया मिलै प्रभु जद रबाब नूं वजाउण वाला जिहड़ा मालक विछड़ी हुई तार नूं मेलदा है, नानक कर संजोग ताही महाराज कहंदे रबाब वजने दे संजोग नूं करदा, भाव रबाब वजदा है। इसी प्रकार टूटी तंत्र बाब की जिस वेले शरीर रूप रबाब दी पाण अपान वायु रूप या प्राणा रूप तंद टुट जाती है, वाजै नहीं विजोग उस वेले शरीर रूपी रबाब दे विचों कोई भी आवाज ना निकलने करके सूखम दे सथूल शरीर का वियोग हो जाता है। विछड़िया मिलै प्रभु एक परमेश्वर ही समर्थ है जो संजोग करके विछड़े हुए प्राणों को मेल सकता है। नानक कर संजोग भाव प्राणों का संयोग करके फिर उसकी प्रारब्ध बना के महाराज कहते विछड़िया शरीरां नूं वो फिर मेल सकता है। सो इस प्रकार टूटी तंत्र बाब की जद मन रूपी रबाब दी वासना रूपी तार टुट जावे, वाजै नहीं विजोग तद मन मैं ते तू दी आवाज़ा नहीं करता, क्योंकि मन दा मैं ते तू वल्लों विजोग हो गया है। छड़िया मिलै प्रभु सो इउं जो मैं ते तू वल्लों विछड़ गए ने उन्हां नूं सतगुरु महाराज जी दा संजोग करके नानक कर संजोग
सतगुरु महाराज फरमाते ने कि सतगुरु का संयोग करके परमेश्वर अपने नाल मेल लैंदा है। क्योंकि महला पंजवा सतगुरु जी ने अवतार धारिया ही विछड़िया नूं मिलण लई है। कलगीधर जी ने अपने आउण का कारण दसिया, कहंदे ने धर्म चलावन। धर्म की चलाया? पहला धर्म नहीं सी है, धर्म सीगा। गुरु जी ने की नवा धर्म चलाया? उन्होंने खालसा धर्म साजिया। सिख धर्म दे विचों परपक्ता, भरोसा, विश्वास ते दूरों ही दिखे कि गुरु दा सिख है। मोहर लाई, पक्का किया, उन्होंने खालसा नाम दिता। कंडे बाटे का अमृत छकाया। अमृत छका के पंजाकारां दी रहत दे के ते खालसा धर्म की सिरजना की। इयों गुरु महाराज जी ने धर्म चलावन ते संत उबारन, धर्म नूं चलाउण लई, संतां नूं बचाउण वास्ते महाराज कहते ने धर्म चलावन संत उबारन, दुष्ट सबन को मूल उपारन। समूह दुष्टां नूं मुढों पुट्टण वास्ते ही पातशाह कहते याही काज धरा हम जन्म समझ ले हो साधु सब मनम। इसे कार्य वास्ते ही आपां ने जन्म धारिया, अवतार धारिया है। अवतार रखिया ती अवतारा। अवतार वो है जो किसी विपता तो दुनिया की रखिया करे। तो गुरु महाराज ने विपता च पई हुई दुनिया, जो मुसलमान तन परेशान कर रहे सन, उन्हां दी रक्षा की। महान युद्ध करके जुलमी राज की जड़ पुट्टी ते धर्म की प्रवृत्ति की। इसलिए सतगुरु महाराज आए ही विछड़िया नूं मिलण वास्ते हैं। विछड़िया रूहां नूं अमृत छका के, रहत दे के, बाणी का नितनेम बख्श के प्रभु दे नाल मिलण दा परोपकार कीता। श्री गुरु नानक देव जी तो ही परोपकार चलदा है। पहला चरण पौल सीगी, उन्होंने खंडे की पौल में तब्दील करके मोहर ला दी। तो इसलिए रामकली की वार विच पातशाह का बचन है महला पंजवा, जैसा सतगुरु सुनींदा तैसो ही मैं ढीठ। बिछड़िया मिले प्रभु हर दरगे का मसीठ। हर नामो मंत्र दृढ़ाइंदा कटे होमे रोग। नानक सतगुरु तिना मिलाया जिन तुरे होया संयोग। महाराज उन्होंने संयोग करके नाम दे के अमृत की दात दे के परमेश्वर नाल मेल लेंदे, या परमेश्वर सतगुरु का संयोग करके आप अपने नाल मेल लैंदा है। इसी प्रकार टूटी तंत्र बाब की, जद अंत कनु प्रभाव दी मृत्यु रूप तार टुट जाए। तदो बिरती दे विजोग करके अंत कनु प्रभाव बजदा नहीं, पाव नाम नहीं विचारदा। साची लिवे बिन देह निमाणी, देह निमाणी लिवे बाजो हो। क्या करे बेचारिया, ये बेचारी दे की कर सकती है सच्ची लिव तो बिना। आपां नूं दुख भला क्यों लगदा? दसो, साडा मन नहीं टिकदा। हुण मैं गुरुद्वारे आया, मेरा जी करता भी पोथी संतोख के ना बक्से च रख के ते अरदास बना करा, हुक्मनामा भी ना भज जावां। बस भज के जिथे भी पहुंचूंगा उतों फिर जी करूँगा इत्थे भी रुमाला पाओ, शीशे की इत्थों भी भजो। घरों काला पईदा है भी टाइम उपर ना हो जाए, भज के गुरुद्वारे जाइए। इत्थे आके फिर भजन नूं मन तैयार है, जिथे जाऊगा उत्थे फिर भजूगा। मतलब सारी दिहाड़ी इंसान भज दौड़ दे विच ही गुजारदा, किते शांति नहीं है। भी बंदा किते टेके बैठ जाए, किते मन नूं शांति आए, किते शांति नहीं। इथों जाओगे घर भज के, घरों फिर भजोगे।
जिथे जाओगे फिर अगे भजोगे, नहीं जे टका मन नहीं जे दिल लगदा। मैं तो सब दुनिया वेखी है, इथों जाईदा सी भजे भजे लख रुपया अजकल लगदा टिकट। भाई जहाजी चढ़ना किहड़ा सौखा पिया, इथों भज के जाना, जांदे सारी सोचना भी ओहो कित्थे आ गए, चलो इंडिया। उधरों मन फिर इधर नूं मुड़ जाना। जिन्ना चिर भी बंदा रहिंदा मन इत्थे ही रहिंदा, इत्थे आके फिर परां नहीं जे टका। मन दुखी है, भटकणा दे विच है। शांति तां है जे घड़ी घंटा चौंकड़ा मारे, भावें घर दे विच ही मार ले। गुरु घर इसलिए बनाए गए ने क्योंकि इत्थे महाराज दा प्रकाश है, चंगे इंसानां दे दर्शन हुंदे ने, सब चंगियां रूहां आउंदियां ने। कथा कीर्तन होण करके मन इहदे आसरा लैके कथा कीर्तन दा जिवें थम्मे तो बगैर छत नहीं टिक सकदी, क्यों गुरुद्वारे शब्द चलदा हुंदा। जियो मंदिर को थम थम्मण त्यों गुर का शब्द बने अस्तंभण। जिवें मंदिर नूं थम्मा टिका के रखदा, थम्मिਆਂ तो बगैर छत दा टिकाओ औखा है, इस तरह मन नूं टिकाउण लई आपां गुरुद्वारे तां आउंदे आ कि शब्द दे विच चित जोड़ीए। चित इत्थे भी नहीं जुड़दा, फिर भजीदा है। जे चित जुड़ जाए फिर गल खत्म हो गई, समझ लो। ये जिहड़ी देह है सारी उम्र इस तरह ही निमाणी रहिंदी है। सो महाराज कहंदे ने हिरदे नाम बसायो, नाम नूं हिरदे च बसाओ भाई। ये नहीं भी रुमाला पा के धूप दिखाई जाओ, परिक्रमा करी जाओ, प्रसाद चढ़ाई जाओ, इनू मन विच भी बसाओ। बाणी पढ़न लई दित्ती है महाराज ने, सत्कार तां बनदा ही है, जिन्ना भी करी उन्ना थोड़ा है। पर जे आपां आखीए भी निरा सो पूजा करन दे नाल ही, रुमाले ते चढ़ाओ नाल ही, जां धूप दिखाउण नाल ही, इस तरह दा गल बननी कोई नहीं जे मन नूं नहीं मोड़िया। पूजा की है असल च, गुरु जी दा की सत्कार है। मैं तो हमेशा यही सलाह दिंदा, जे कोई आखे कि घर महाराज का प्रकाश करना है या प्रकाश है किवें सत्कार करना, उन्होंने सब तो पहली यही बेनती करी दी हथ जोड़ के, एक सहज पाठ प्रारंभ करो संगरांद वाले दिन। जे महीने बाद बोल पैंदा तो महीने बाद पाओ, नहीं तो 2 महीनों बाद पाओ, नहीं तो साल 6 महीने तो पा ही देना चाहिए। मतलब गुरु जी का यह सत्कार है कि जे गुरु साहब तुसीं घर रखे ने तो उन्होंने पढ़ो भी। कुटकियां दे पोथियां दे मिट्टी गुड़ गुड़े पई हुंदी है, आपां कदे फड़ के पढ़ना ही नहीं, फिर उन्होंने साफ किवें करांगे। तो डेली जे आपां प्रकाश करांगे तो अपने आप ही सत्कार होएगा। पूजा कीचै नाम ध्याईए, गुटके दा पोथी दा गुरु ग्रंथ साहिब दा सत्कार यह है कि आपां वाहिगुरू नाम नूं ध्याईए, जो उहदे च लिखिया उहनूं पढ़ीए। पूजा कीचै नाम ध्याईए, बिन नामे पूजना होए। सो बिरती दा जिन्ना चिर टिकाओ नहीं है उन्ना चिर भटकणा दे विच दुख है, मन अशांत है, टिकाओ दे विच शांति ते सुख है। सो पाशा जी फरमाउंदे ने साची लिवै बिन देह निमाणी, देह निमाणी लिवै बाजो, क्या करे विचारिया तुद बाज समरथ कोई नाही, कृपा कर बनवारिया ये सुनो होर थाऊ नाही, शब्द लाग सवारिया कहे नानक लिवै बाजो। जे लिव नहीं लगी तो फिर शांति सुख नहीं, लिव तो बगैर क्या करे विचारिए, विचारी दे की कर सकती है, ये हथ पल्ले कुछ नहीं है, वेखण नूं चंगा बड़ा पर पल्ले कुछ नहीं पैंदा। क्यों अंतःकरण कोई रबाब दी बिरती टुटी हुई है, तार ही टुट गई है। सो महाराज ने आखिया तेल धारा वत लिव लगी होनी चाहिए है, जे लिव नहीं लगी तो फिर जिंदगी का कोई लाभ नहीं। रविदास भगत जी का फरमान है, कहते साची प्रीत हम तुम स्यों जोरी, तुम स्यों जोर अवर संग चोरी।
ਸੱਚੇ ਪਾਤਸ਼ਾਹ ਸੱਚੀ ਪ੍ਰੀਤੀ ਰੂਪੀ ਤਾਰ ਤੇਰੇ ਨਾਲ ਅਸੀਂ ਜੋੜੀ ਹੋਈ ਹੈ। ਰਹਿੰਦੇ ਭਾਵੇਂ ਗੁਰੂ ਪੀਰ ਸੰਤ ਦੁਨੀਆ 'ਚ ਨੇ, ਪਰ ਉਹਨਾਂ ਦੀ ਤਾਰ ਵਾਹਿਗੁਰੂ ਪਰਮਾਤਮਾ ਦਰਗਾਹ ਸੱਚਖੰਡ ਨਾਲ ਜੁੜੀ ਹੋਈ ਹੈ। ਉਹ ਵਾਹਿਗੁਰੂ ਅਕਾਲ ਪੁਰਖ ਦੇ ਨਾਲ ਬਾਣੀ ਜਿਨ੍ਹਾਂ ਦੀ ਦਰਜ ਹੋਈ ਹੈ ਉਹ ਸਾਰੇ ਤੁਰ ਨਾਲ ਜੁੜੇ ਹੋਏ ਸਨ। ਤੇਲ ਧਾਰਾ ਵਤ ਲਿਵ ਲੱਗੀ ਹੋਈ ਸੀ। ਸੋ ਐਸੀ ਪ੍ਰੀਤ ਕਰੋ ਮਨ ਮੇਰੇ, ਆਠ ਪੈਰ ਪ੍ਰਭ ਜਾਨੋ ਨੇਰੇ। ਸੋ ਇਸ ਲਈ ਆਠ ਪੈਰ ਜਨ ਹਰ ਹਰ ਜਪੈ, ਹਰ ਕਾ ਭਗਤ ਪ੍ਰਗਟ ਨਹੀਂ ਛਪੈ। ਇਉਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਮ ਦੇ ਵਿਜੋਗ ਕਰਕੇ ਜਿਹੜਾ ਅੰਦਰ ਕੰਨ ਪੀਰ ਬਾਬ ਹੈ ਉਹ ਵੱਜਦਾ ਨਹੀਂ, ਖੜਕਦਾ ਨਹੀਂ, ਬਾਬ ਨਾਮ ਨੂੰ ਨਹੀਂ ਉਚਾਰਦਾ। ਇਸ ਲਈ ਮਹਾਰਾਜ ਫਰਮਾਉਂਦੇ ਹਨ, ਵਿਛੜਿਆ ਮਿਲੈ ਪ੍ਰਭੂ। ਪ੍ਰਭੂ ਸਰੂਪ ਇੱਕ ਸਤਿਗੁਰੂ ਜੀ ਸਮਰੱਥ ਨੇ, ਇਹਨਾਂ ਦੇ ਚਰਨਾਂ 'ਚ ਬੇਨਤੀ ਕਰੀਏ। ਨਾਨਕ ਕਰ ਸੰਜੋਗ। ਜੋ ਗੁਰੂ ਸਾਹਿਬ ਕਥਨ ਕਰਦੇ ਨੇ ਕਿ ਨਿਸ਼ਕਾਮ ਕਰਮਾਂ ਦੇ ਸੰਜੋਗ ਕਰਕੇ ਪਿਛੜੀ ਹੋਈ ਬਿਰਤੀ ਨੂੰ ਪ੍ਰਭੂ ਨਾਲ ਮਿਲਦੇ ਨੇ, ਤਾਂ ਫਿਰ ਅੰਤਰ ਕੰਨ ਪੀਰ ਬਾਬ ਖੜਕਦਾ ਰਹਿੰਦਾ ਆਪਣੇ ਆਪ। ਵਾਹਿਗੁਰੂ ਵਾਹਿਗੁਰੂ ਦੀ ਧੁਨ ਅਜਪਾ ਜਾਪ ਨਾ ਵਿਸਰੈ, ਆ ਜੁਗਾਦ ਸਮਾਏ। ਸੋ ਅਜਪਾ ਜਾਪ ਵਾਹਿਗੁਰੂ ਵਾਹਿਗੁਰੂ ਵਿਚਾਰਦਾ ਰਹਿੰਦਾ ਹੈ। ਇਸੇ ਪ੍ਰਕਾਰ ਟੂਟੀ ਤੰਤਰ ਬਾਬ ਕੀ। ਜਿਨ੍ਹਾਂ ਪੁਰਖਾਂ ਦੀ ਦੀ ਅਧਿਆਸ ਰੂਪ ਰਬਾਬ ਦੀ ਹੰਗਤਾ ਮਮਤਾ ਰੂਪੀ ਤਾਰ ਟੁੱਟ ਗਈ ਹੈ। ਵਾਜੈ ਨਹੀਂ ਵਿਜੋਗ। ਉਹਨਾਂ ਦੇ ਹਿਰਦੇ ਅੰਦਰ ਹੰਗਤਾ ਮਮਤਾ ਦਾ ਵਿਜੋਗ ਹੋ ਗਿਆ। ਇਸ ਕਰਕੇ ਉਹਨਾਂ ਦੇ ਹਿਰਦੇ ਵਿੱਚੋਂ ਹੰਗਤਾ ਮਮਤਾ ਵਾਲੇ ਬੋਲਾਂ ਦੀਆਂ ਆਵਾਜ਼ਾਂ ਨਹੀਂ ਨਿਕਲਦੀਆਂ ਹਨ। ਵਿਛੜਿਆ ਮਿਲੈ ਪ੍ਰਭੂ। ਉਹ ਕਦੀ ਵੀ ਮੈਂ ਨਹੀਂ ਉਚਾਰਦੇ। ਮੈਂ ਬ੍ਰਹਮ ਗਿਆਨੀਆਂ ਦੇ ਦਰਸ਼ਨ ਕੀਤੇ ਨੇ, ਉਹ ਕਦੀ ਵੀ ਨਹੀਂ ਕਹਿੰਦੇ ਮੈਂ ਗੁਰਦੁਆਰੇ ਗਿਆ, ਮੈਂ ਕਥਾ ਕੀਤੀ, ਮੈਂ ਉੱਥੇ ਹਾਜ਼ਰੀ ਭਰੀ। ਉਹਨਾਂ ਦੀ ਬੋਲੀ ਕੁਝ ਅਲੱਗ ਕਿਸਮ ਦੀ ਹੈ। ਉਹ ਹਮੇਸ਼ਾ ਬੋਲਦੇ ਨੇ ਭਈ ਮਹਾਰਾਜ ਨੇ ਕਿਰਪਾ ਕੀਤੀ, ਉੱਥੇ ਲਿਜਾ ਕੇ ਸਾਨੂੰ ਬਿਠਾਇਆ ਤੇ ਸਾਨੂੰ ਵੀ ਨਹੀਂ ਉਚਾਰਦੇ। ਅਜੇ ਵੀ ਮੇਰੀ ਬੋਲੀ ਆਪਣਤ ਦੇ ਵਿੱਚ ਹੈ। ਤੋ ਇਹ ਗੁਰਮੁਖਾਂ ਦੇ ਦਰਸ਼ਨ ਹੋਏ, ਉਹ ਆਤਮਾ ਆਤਮਾ ਹੀ ਕਰਦੇ ਨੇ ਤੇ ਸਰੀਰ ਦਾ ਨਾਂ ਹੀ ਨਹੀਂ ਲੈਂਦੇ। ਆਤਮਾ ਤੋਂ ਹੀ ਗੱਲ ਸ਼ੁਰੂ ਕਰਨੀ ਤੇ ਆਤਮਾ ਦੇ ਉੱਪਰ ਹੀ ਘੁਮਾਈ ਜਾਣੀ, ਮਤਲਬ ਸਰੀਰ ਉੱਪਰ ਧਿਆਨ ਹੀ ਨਹੀਂ ਹੈ। तो इस वास्ते कबीर तू करता तू हुआ, मुझ में रहा ना हूँ। जब आपा प्रका मिट गया, जत देखो तत तू। ਆਪਾਂ ਛੋਟਾ ਜਿਹਾ ਵੀ ਕੰਮ ਕਰੀਏ ਤਾਂ ਉਹਦੇ ਵਿੱਚ ਮੈਂ ਆ ਜਾਂਦੀ ਹੈ। ਰੱਬ ਦੇ ਪਿਆਰ ਵਾਲੇ ਬੜੇ ਬੜੇ ਪਰਉਪਕਾਰ ਕਰਕੇ ਵੀ ਉਹ ਪਰਮਾਤਮਾ ਦੀ ਡੋਰੀ ਸੁੱਟ ਦਿੰਦੇ। ਇਹ ਵਾਹਿਗੁਰੂ ਦੀ ਕਿਰਪਾ ਦੇ ਨਾਲ ਹੋਇਆ ਹੈ। ਵਿਛੜਿਆ ਮਿਲੈ ਪ੍ਰਭੂ। ਇਉਂ ਜੋ ਗੁਰਾਂ ਦੁਆਰਾ ਸੋ ਨਾਮ ਦੇ ਮਲਾਪੀ ਹੋਏ ਹਨ, ਉਹ ਦੇ ਅਧਿਆਸ ਸੰਗਤਾ ਮਮਤਾ ਵੱਲੋਂ ਵਿਛੜੇ ਹੋਏ ਹਨ। ਨਾਨਕ ਕਰ ਸੰਜੋਗ। ਸਤਿਗੁਰੂ ਮਹਾਰਾਜ ਕਥਨ ਕਰਦੇ ਨੇ ਕਿ ਗੁਰਾਂ ਦਾ ਸੰਜੋਗ ਜੋ ਹੋਇਆ, ਗੁਰਾਂ ਦੇ ਸੰਜੋਗ ਕਰਕੇ ਨਾਮ ਨਾਲ ਮਿਲਾਪ ਹੋ ਗਿਆ। ਫਿਰ ਦੇ ਅਧਿਆਸ ਸੰਗਤਾ ਮਮਤਾ ਵੱਲੋਂ ਵਿਛੜ ਗਏ। ਉਹਨਾਂ ਨੂੰ ਪਰਮੇਸ਼ਰ ਗੁਰਾਂ ਦੁਆਰਾ ਤੇ ਆਪਣੇ ਨਾਲ ਮੇਲ ਲੈਂਦਾ ਹੈ। ਇਸੇ ਪ੍ਰਕਾਰ ਟੂਟੀ ਤੰਤਰ ਬਾਬ ਕੀ। ਜਿਨ੍ਹਾਂ ਦੇ ਅੰਦਰੋਂ ਅਵਿਦਿਆ ਰੂਪੀ ਰਬਾਬ ਦੀ ਤਾਰ ਟੁੱਟ ਗਈ ਹੈ। ਤੋਰੀ ਨਾ ਟੁੱਟੈ, ਸ਼ੋਰੀ ਨਾ ਛੁਟੈ, ਐਸੀ ਮਾਧੋ ਖਿੰਚ ਤਨੀ। ਜਿਨ੍ਹਾਂ ਦੀ ਲਿਵ ਤੋੜਿਆਂ ਟੁੱਟਦੀ ਨਹੀਂ ਹੈ, ਇਹੋ ਜਿਹੀ ਖਿੱਚ ਪਈ ਹੋਈ ਹੈ। ਸੋ ਸੱਚੀ ਲਿਵ ਵਾਲੇ ਗੁਰਮੁਖ ਗੁਰਾਂ ਦੁਆਰਾ ਪਰਮੇਸ਼ਰ ਨਾਲ ਮਿਲ ਜਾਂਦੇ ਨੇ। ਜਿਨ੍ਹਾਂ ਦੇ ਅੰਦਰੋਂ ਨਾਮ ਦੀ ਲਿਵ ਵਾਲੇ ਸੋ ਬਚਨ ਬੋਲਣ ਕਰਕੇ ਬਾਣੀ ਦੀ ਕਥਾ ਕੀਰਤਨ ਦੁਆਰਾ ਵਾਹਿਗੁਰੂ ਵਾਹਿਗੁਰੂ ਕਰਦੇ ਆ। ਅਵਿਦਿਆ ਰੂਪੀ ਅਗਿਆਨ ਦੀ ਭੈਣ ਹੈ ਅਵਿਦਿਆ। ਜਿਵੇਂ ਹਨੇਰਾ ਹੈ ਤੇ ਧੁੰਦ ਹੈ, ਇਸ ਤਰ੍ਹਾਂ ਮਤਲਬ
ਜਿਹੜਾ ਅਗਿਆਨ ਹੈ ਉਹ ਤਾਂ ਹਨੇਰਾ ਹੈ, ਜਿਹੜੀ ਅਵਿਦਿਆ ਸਮਝ ਲਓ ਧੁੰਦ ਪਈ ਹੋਈ ਹੈ। ਇਉਂ ਜਿਨ੍ਹਾਂ ਦੇ ਅੰਦਰੋਂ ਅਵਿਦਿਆ ਰੂਪੀ ਰਬਾਬ ਦੀ ਤਾਰ ਟੁੱਟ ਗਈ ਹੈ, ਵਾਜੈ ਨਹੀਂ ਵਿਜੋਗ। ਉਹ ਅਵਿਦਿਆ ਦਾ ਵਿਯੋਗ ਹੋਣ ਕਰਕੇ ਅਲਪਗ ਪੁਣੇ ਵਾਲੇ ਬਚਨ ਨਹੀਂ ਬੋਲਦੇ, ਕਿਉਂਕਿ ਉਹਨਾਂ ਦੀ ਲਿਵ ਨਾਮ ਗਿਆਨ ਵਿੱਚ ਜੁੜੀ ਹੋਈ ਹੈ। ਵਿਛੜਿਆ ਮਿਲੈ ਪ੍ਰਭੂ। ਸੋ ਜਿਨ੍ਹਾਂ ਦੇ ਮਹਾਰਾਜ ਕਹਿੰਦੇ ਬ੍ਰਹਮ ਗਿਆਨ ਦਾ ਸੰਯੋਗ ਹੋਇਆ, ਅਵਿਦਿਆ ਵੱਲੋਂ ਵਿਛੜ ਗਏ ਨੇ, ਉਹਨਾਂ ਨੂੰ ਪਰਮੇਸ਼ਰ ਨੇ ਆਪਣੇ ਨਾਲ ਮੇਲ ਲਿਆ ਹੈ। ਸਤਿਗੁਰੂ ਜੀ ਕਥਨ ਕਰਦੇ ਹਨ, ਕਿਉਂ ਬ੍ਰਹਮ ਗਿਆਨ ਦਾ ਸੰਯੋਗ ਹੋਣ ਕਰਕੇ ਅਵਿਦਿਆ ਵੱਲੋਂ ਵਿਛੜ ਗਏ ਤੇ ਪਰਮੇਸ਼ਰ ਨੇ ਆਪਣੇ ਨਾਲ ਉਹਨਾਂ ਨੂੰ ਮੇਲ ਲਿਆ ਹੈ। ਇਸੇ ਪ੍ਰਕਾਰ ਟੂਟੀ ਤੰਤਰ ਬਾਬ ਕੀ। ਜਿਨ੍ਹਾਂ ਦੇ ਅੰਤःਕਰਨ ਰੂਪੀ ਰਬਾਬ ਦੀ ਅੰਦਰੋਂ ਅਗਿਆਨ ਰੂਪੀ ਤਾਰ ਟੁੱਟ ਗਈ ਹੈ, ਵਾਜੈ ਨਹੀਂ ਵਿਜੋਗ। ਉਹ ਅਗਿਆਨ ਦੇ ਵਿਜੋਗੀ ਹੋ ਗਏ ਨੇ। ਇਸੇ ਕਰਕੇ ਉਹਨਾਂ ਦੇ ਅੰਦਰ ਅਗਿਆਨ ਰੂਪੀ ਵਾਜੇ ਨਹੀਂ ਵੱਜਦੇ। ਵਿਛੜਿਆ ਮਿਲੈ ਪ੍ਰਭੂ। ਜੋ ਅਗਿਆਨ ਵੱਲੋਂ ਵਿਛੜੇ ਹੋਏ ਹਨ, ਨਾਨਕ ਕਰ ਸੰਜੋਗ। ਸਹਿਬ ਕਥਨ ਕਰਦੇ ਨੇ ਕਿ ਉਹਨਾਂ ਨੂੰ ਪਰਮੇਸ਼ਰ ਨੇ ਮਹਾਵਾਕਾਂ ਦੇ ਸੰਯੋਗ ਦੁਆਰਾ ਆਪਣੇ ਨਾਲ ਮੇਲ ਲਿਆ ਹੈ। ਪਹਿਲਾਂ ਵੀ ਪੰਕਤੀ ਨਾਨਕ ਕਰ ਸੰਯੋਗ, ਬ੍ਰਹਮ ਗਿਆਨ ਦਾ ਸੰਯੋਗ ਕਰਕੇ ਸੋ ਉਹਨਾਂ ਨੂੰ ਮਹਾਰਾਜ ਕਥਨ ਕਰਦੇ ਪਰਮੇਸ਼ਰ ਨੇ ਆਪਣੇ ਨਾਲ ਮੇਲ ਲਿਆ ਹੈ। ਸਰਵਰ ਕਾਇਆ ਪੰਖ ਮਾਨਾ। ਦੇਹ ਰੂਪੀ ਬ੍ਰਿਕਸ਼ ਹੈ, ਇਸ ਦੇ ਵਿੱਚ ਰਹਿਣ ਵਾਲਾ ਇੱਕ ਮਨ ਰੂਪੀ ਪੰਛੀ ਹੈ। ਸਰਵਰ ਪੰਖੀ ਪੰਚ। ਪਰ ਇਸੇ ਸਰੀਰ ਰੂਪੀ ਬ੍ਰਿਕਸ਼ ਦੇ ਵਿੱਚ ਪੰਜ ਪ੍ਰਾਣ ਜਾਂ ਇੰਦਰੀ ਰੂਪ ਪੰਛੀ ਹੋਰ ਵੀ ਵਸਦੇ ਨੇ, ਭਾਵ ਪੰਜ ਪ੍ਰਾਣ ਰੂਪੀ ਪੰਖ ਖੰਭ ਹਨ। ਤਤ ਚੁਗ ਹੈ ਮਿਲਈ ਕਸੇ। ਜਿਨ੍ਹਾਂ ਪੁਰਖਾਂ ਦਾ ਮਨ ਰੂਪ ਪੰਛੀ ਤੇ ਪੰਜ ਪ੍ਰਾਣ ਰੂਪ ਪੰਛੀ ਇਕੱਠੇ ਹੋ ਕੇ ਤਤ ਸਿਧਾਂਤ ਸਰੂਪ ਦੀ ਪ੍ਰਾਪਤੀ ਵਾਲੇ ਨਾਮ ਰੂਪ ਜੋਗੇ ਨੂੰ ਚੁਗਦੇ ਹਨ। ਉਹ ਇੱਕ ਪਰਮਾਤਮਾ ਦੇ ਨਾਲ ਮਿਲ ਕੇ ਕਉ ਫਾਸਨਾ ਰੰਚ। ਸੇ ਉਹਦੇ ਵਰਗੇ ਹੋ ਜਾਂਦੇ ਨੇ। ਉਹ ਇੱਕ ਸੇ ਇੱਕ ਅਕਾਲ ਪੁਰਖ ਨਾਲ ਮਿਲ ਜਾਂਦੇ ਨੇ। ਫਿਰ ਤਿਨਾਂ ਨੂੰ ਰੱਤੀ ਮਾਤਰ ਵੀ ਜਮਾਂ ਦੀ ਫਾਹੀ ਨਹੀਂ ਪੈਂਦੀ ਹੈ, ਉਹ ਜਮਾਂ ਦੀ ਫਾਹੀ ਤੋਂ ਛੁੱਟ ਜਾਂਦੇ ਨੇ। ਇਸੇ ਪ੍ਰਕਾਰ ਤਰਵਰ ਕਾਇਆ ਪੰਖ ਮਾਨ। ਤਰ ਵਰ, ਵਰ ਸ੍ਰੇਸ਼ਟ, ਤਰ ਬ੍ਰਿਕਸ਼, ਕਾਇਆ ਇਹ ਬੁੱਧ ਹੈ। ਮਨ ਦੀ ਨਿਆਈ ਜਿਹਦਾ ਪਾਸ ਰੂਪੀ ਪੰਖੀ ਹੈ। ਇਸੇ ਬ੍ਰਿਕਸ਼ ਦੇ ਉੱਪਰ ਮਹਾਰਾਜ ਕਹਿੰਦੇ ਨੇ ਤਰਵਰ ਪੰਖੀ ਪੰਚ। ਦੂਜਾ ਪੰਜ ਸ੍ਰੇਸ਼ਟ ਸਾਖੀ ਚੇਤਨ ਬ੍ਰਹਮ ਪੰਖੀ ਦੀ ਤਰ੍ਹਾਂ ਹੈ। ਤਤ ਚੁਗ ਹੈ ਮਿਲਈ ਕਸੇ। ਸੋ ਜੋ ਗੁਰੂ ਉਪਦੇਸ਼ ਦੁਆਰਾ ਤਤ ਸਰੂਪ ਦੇ ਗਿਆਨ ਰੂਪੀ ਚੋਗੇ ਨੂੰ ਚੁਗਦੇ ਹਨ, ਉਹ ਮਿਲ ਕਰਕੇ ਏਕ ਸੇ ਇੱਕੋ ਕੁਟਸਥ ਦਾ ਸਰੂਪ ਹੀ ਹੋ ਜਾਂਦੇ ਨੇ। ਕੁਟਸਥ ਮੀਨਿੰਗ ਲੋਹਾਰ ਦੀ ਐਰਨ, ਉਹ ਵੱਡਾ ਸਾਰਾ ਲੋਹੇ ਦਾ ਟੁਕੜਾ ਜਿਹਦੇ ਉੱਪਰ ਉਹ ਦਿਨੇ ਰਾਤ ਠਾ ਠਾ ਥੋੜੇ ਮਾਰੀ ਜਾਂਦਾ ਤੇ ਪਰ ਉਹ ਕਿਤੇ ਹਿੱਲਦੀ ਨਹੀਂ ਹੈ। ਇਸੇ ਪ੍ਰਕਾਰ ਜਿਹੜੀ ਆਤਮਾ ਹੈ, ਸਾਡਾ ਸਰੂਪ ਹੈ, ਇਹ ਕੁਟਸਥ ਦੀ ਤਰ੍ਹਾਂ ਆਸਰਾ ਅਚਲ ਹੈ। ਤੋ ਇਸ ਲਈ ਜੋ ਸਭਨਾਂ ਦਾ ਕੁਟਸਥ ਆਸਰਾ ਸਰੂਪ ਉਹਦਾ ਆਤਮਿਕ ਸਰੂਪ ਹੀ ਹੋ ਜਾਂਦੇ ਮਿਲ ਕੇ। ਇਸੇ ਕਰਕੇ ਤਿਨ ਕਉ ਫਾਸਨਾ ਰੰਚ। ਤਿੰਨਾਂ ਨੂੰ ਰੰਚਕ ਮਾਤਰ ਵੀ ਜਮਾਂ ਦੀ ਫਾਹੀ ਨਹੀਂ ਪੈਂਦੀ। ਇਸੇ ਪ੍ਰਕਾਰ ਤਰਵਰ ਕਾਇਆ ਪੰਖ ਮਾਨਾ। ਸੋ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਫਰਮਾਨ ਕਰਦੇ ਨੇ ਦੇਹ ਰੂਪੀ ਇੱਕ ਬ੍ਰਿਕਸ਼ ਹੈ।
ਤੇ ਜਿਹੜਾ ਮਨ ਭਾਵ ਜੀਵ ਆਤਮਾ ਇਹ ਪੰਛੀ ਦੀ ਤਰ੍ਹਾਂ ਹੈ। ਤਰਵਰ ਪੰਖੀ ਪੰਚ ਇਸੇ ਦੇਹ ਰੂਪ ਬ੍ਰਿਕਸ਼ ਦੇ ਉੱਤੇ ਪੰਖੀ ਪੰਜ ਸ੍ਰੇਸ਼ਟ ਪੰਛੀ ਕਿਹੜਾ ਹੈ? ਕੁਟਸਥ ਹੈ। ਤਤ ਚੁਗ ਹੈ ਮਿਲਈ ਏਕ ਸੇ ਸੋ ਜੀਵ ਰੂਪ ਪੰਛੀ ਏਕ ਸੇ ਇੱਕ ਪਰਮੇਸ਼ਰ ਦੀ ਸੱਤਾ ਨਾਲ ਮਿਲ ਕੇ ਵਿਸ਼ਿਆਂ ਜਾਂ ਪਦਾਰਥਾਂ ਰੂਪੀ ਜੋਗ ਨੂੰ ਚੁਗਦੇ ਹਨ। ਤਿਨ ਕੋ ਫਾਸਨਾ ਰੰਚ ਪਰ ਤਿਸ ਕੁਟਸਥ ਰੂਪ ਪੰਛੀ ਨੂੰ ਰੰਜਕ ਮਾਤਰ ਵੀ ਫਾਹੀ ਨਹੀਂ ਹੈ। ਇਸੇ ਪ੍ਰਕਾਰ ਤਰਵਰ ਕਾਇਆ ਪੰਖ ਮਨ ਬੁੱਧੀ ਰੂਪ ਸ੍ਰੇਸ਼ਟ ਬ੍ਰਿਕਸ਼ ਹੈ ਤੇ ਇੱਕ ਮਨ ਯਾਨੀ ਮਹਿਲਾ ਜੀਵ ਰੂਪ ਪੰਖੀ ਹੈ। ਤਰਵਰ ਕਾਇਆ ਤਰਵਰ ਪੰਖੀ ਪੰਚ ਤੇ ਦੂਸਰਾ ਪੰਜੀ ਚੇਤਨਾ ਈਸ਼ਰ ਰੂਪ ਪੰਛੀ ਦੀ ਤਰ੍ਹਾਂ ਹੈ। ਤਤ ਚੁਗ ਹੈ ਮਿਲਈ ਕਸੇ ਮਹਾਰਾਜ ਸਾਹਿਬ ਫਰਮਾਉਂਦੇ ਨੇ ਕਿ ਜੋ ਪੰਜ ਸੋ ਜੀਵ ਰੂਪ ਜਿਹੜੇ ਪੰਛੀ ਹਨ ਸ੍ਰੇਸ਼ਟ ਪੰਛੀ ਉਹ ਇੱਕ ਪਰਮੇਸ਼ਰ ਦੀ ਸੱਤਾ ਨਾਲ ਮਿਲ ਕੇ ਪਦਾਰਥਾਂ ਰੂਪੀ ਚੋਗ ਨੂੰ ਚੁਗਦੇ ਨੇ ਪਰ ਤਿਸ ਕੁਟਸਥ ਰੂਪ ਪੰਛੀ ਨੂੰ ਰੰਜਕ ਮਾਤਰ ਵੀ ਫਾਹੀ ਨਹੀਂ ਪੈਂਦੀ। ਇਸੇ ਤਰ੍ਹਾਂ ਤਰਵਰ ਕਾਇਆ ਪੰਖ ਮਨ ਬੁੱਧੀ ਰੂਪ ਸ੍ਰੇਸ਼ਟ ਬ੍ਰਿਕਸ਼ ਹੈ। ਮਾਫ ਕਰਨਾ ਫਿਰ ਪੜੋ। ਤਰਵਰ ਕਾਇਆ ਪੰਖ ਮਨ ਬੁੱਧੀ ਰੂਪ ਸ੍ਰੇਸ਼ਟ ਬ੍ਰਿਕਸ਼ ਹੈ ਤੇ ਇੱਕ ਮਨ ਜੋ ਮਲੀਨ ਜੀਵ ਰੂਪ ਪੰਖੀ ਹੈ ਅਤੇ ਤਰਵਰ ਪੰਖੀ ਪੰਚ ਦੂਸਰਾ ਪੰਜ ਚੇਤਨਾ ਈਸ਼ਰ ਰੂਪ ਪੰਛੀ ਦੀ ਤਰ੍ਹਾਂ ਹੈ। ਤਤ ਚੁਗ ਹੈ ਮਿਲਈ ਕਸੇ ਜੋ ਸਭ ਜਨਾਂ ਨੂੰ ਮਿਲ ਕੇ ਤਤ ਸਰੂਪ ਰੂਪੀ ਚੋਗੇ ਨੂੰ ਚੁਗਦੇ ਨੇ ਉਹ ਅਦਵੈਤ ਸਰੂਪ ਬ੍ਰਹਮ ਦੇ ਨਾਲ ਮਿਲ ਕੇ ਇੱਕ ਮਿਕ ਹੋ ਜਾਂਦੇ ਹਨ। ਤਿਨ ਕੋ ਫਾਸਨਾ ਰੰਚ ਇਸੇ ਕਰਕੇ ਉਹਨਾਂ ਨੂੰ ਰੰਜਕ ਮਾਤਰ ਵੀ ਜੰਮਣ ਮਰਨ ਦੀ ਫਾਹੀ ਨਹੀਂ ਪੈਂਦੀ ਹੈ। ਫਾਹੇ ਖਟੇ ਮਿਟੇ ਗਮਨ ਫਤਿਹ ਪਈ ਮਨ ਜੀਤ ਨਾਨਕ ਗੁਰ ਤੇ ਥਿਤ ਪਾਈ। ਪਹਿਲਾਂ ਫਿਰਨ ਪਾਠ ਕਰੀਦਾ ਸੀਗਾ ਪਰ ਮਹਾਂਪੁਰਖਾਂ ਦੀ ਮੈਂ ਕੈਸਟ ਸੁਣੀ ਉਹਨਾਂ ਦੀ ਕਥਾ ਸੁਣ ਕੇ ਪਾਠ ਮੈਂ ਚੇਂਜ ਕਰ ਦਿੱਤਾ ਤੇ ਮਹਾਂਪੁਰਖਾਂ ਦੀ ਰਸਨਾ ਤੋਂ ਜੋ ਮੁੱਖ ਪਾਠ ਉਹ ਫਿਰ ਨਾ ਮਿਟੇ ਨਿਤਨੀਤ ਸੁਣਿਆ। ਤੋ ਇਸ ਤਰ੍ਹਾਂ ਜਿਹੜਾ ਮਨ ਗੁਰੂ ਦੇ ਨਾਲ ਜੁੜ ਗਿਆ ਉਹ ਫੇਰਿਆਂ ਦੇ ਫਿਰਨ ਵੱਲੋਂ ਰੁਕ ਗਿਆ। ਉਹ ਫਿਰ ਨਿਤਾ ਪ੍ਰਤੀ ਕਦੀ ਕਿਸੇ ਜੋਨ 'ਚ ਕਦੀ ਕਿਸੇ ਜੋਨ 'ਚ ਫਿਰਦਾ ਨਹੀਂ ਹੈ। ਜਿਹਦੇ ਮਨ ਦੀ ਭਟਕਣਾ ਮਿਲ ਗਈ ਮਨ ਦਾ ਟਿਕਾਊ ਆ ਗਿਆ ਉਹਦੇ ਤੇ ਵਾਹਿਗੁਰੂ ਦੀ ਕਿਰਪਾ ਹੋ ਗਈ। ਉਹਦੇ ਫੇਰੇ ਆਉਣ ਜਾਣ ਦੇ ਜੰਮਣ ਮਰਨ ਵਾਲੇ ਮਿਟ ਗਏ। ਫਾਹੇ ਕਾਟੇ ਮਰ ਨੇ ਮੋਹ ਮਾਇਆ ਦੇ ਫਾਹੇ ਕੱਟ ਸੁੱਟ ਮਿਟੇ ਗਮਨ ਆਉਣ ਜਾਣ ਦਾ ਜਿਹੜਾ ਗਮਨ ਚੱਕਰ ਸੀਗਾ ਪਿਆ ਹੋਇਆ ਇਹ ਮਿਟ ਗਿਆ। ਫਤਿਹ ਪਈ ਮਨ ਜੀਤ ਮਨ ਜਿੱਤ ਗਿਆ ਫਤਿਹ ਹੋ ਗਈ। ਨਾਨਕ ਗੁਰ ਤੇ ਥਿਤ ਪਾਈ ਗੁਰਾਂ ਤੋਂ ਟਿਕਾ ਪਾ ਲਿਆ। ਆ ਜਿਹੜੀ ਕਥਾ ਹੈ ਇਹ ਕਾਹਦੇ ਵਾਸਤੇ ਹੈ ਵੀ ਆਪਾਂ ਟਿਕ ਕੇ ਬੈਠੀਏ। ਇੱਕ ਬਹਾਨਾ ਹੈ ਟਿਕ ਕੇ ਬੈਠਣ ਦਾ। ਕੀਰਤਨ ਕਾਹਦੇ ਲਈ ਹੈ ਕਿ ਟਿਕ ਕੇ ਬੈਠੀਏ ਸਾਡਾ ਮਨ ਟਿਕਾਓ ਵਿੱਚ ਆਏ। ਕਥਾ ਤੇ ਕੀਰਤਨ ਦਾ ਇੱਕ ਬਹਾਨਾ ਹੈ ਮਨ ਦੇ ਟਿਕਾਓ ਲਈ। ਗੁਰਬਾਣੀ ਦਾ ਮਹਾਰਾਜ ਨੇ ਸਾਨੂੰ ਆਸਰਾ ਦਿੱਤਾ ਹੈ ਕਿ ਮਨ ਨੂੰ ਇਸ ਤਰ੍ਹਾਂ ਟਿਕਾਓ ਪਾਈ। ਨਾਨਕ ਗੁਰ ਤੇ ਥਿਤ ਪਾਈ। ਸੋ ਜਿਹਨੂੰ ਰੱਬ ਨੇ ਤਾਰਨਾ ਹੋਵੇ ਉਹ ਆਪ ਦੀ ਸੰਗਤ 'ਚ ਮਿਲਾ ਕੇ ਕਥਾ ਕੀਰਤਨ ਸੁਣਾਉਂਦਾ ਹੈ। ਤੋ ਇਸ ਲਈ ਗੁਰੂ ਸਾਹਿਬ ਦੀ ਕਿਰਪਾ ਨਾਲ ਜਦ ਪਾਠ ਕਰਨ ਦੀ ਜਾਚ ਆ ਗਈ ਫਿਰ ਚੌਂਕੜਾ ਮਾਰ ਕੇ ਰੌਲ ਲਾਈ ਤੇ ਕੀਰਤਨ ਦੀ ਜਾਚ ਆ ਗਈ। ਸ਼ਬਦ ਕੋਈ ਪੜਿਆ ਕਥਾ ਸਿਖਾਤੀ ਮਹਾਰਾਜ ਨੇ ਥੋੜਾ ਬਹੁਤਾ ਘੜੀ ਘੰਟਾ ਬਹਾਨੇ ਨਾਲ ਗੁਰੂ ਚਰਨਾਂ 'ਚ ਹਾਜ਼ਰੀ ਲੱਗ ਗਈ। ਉਂਝ ਕਿੱਥੇ ਬਹਿਣਾ ਮਿਲਦਾ ਹੈ
ਨਾਨਕ ਗੁਰ ਤੇ ਥਿਤ ਪਾਈ, ਗੁਰਾਂ ਤੋਂ ਅਸਥਿਤੀ ਪਾ ਲਈ, ਬੈਠਣਾ ਪਾ ਲਿਆ। ਉਹ ਤੋਂ ਬਾਅਦ ਹੀ ਮਨ ਨੇ ਟਿਕਣਾ ਹੈ। तो फिर मन का टिकाव पा लिया, फिर ना मिटे नितनीत मुड़ के नित नित, फिर नहीं वो मिटे, मतलब मरे नहीं हैं, आउन जान के चक्कर वालों रह गए हैं। बेगुल बेगुले जमन बन की फाही उन्होंने गलों लै गई है, जो सकाम कर्मां नूं करके काली तो काली तां उडारी मारदे हन। इसे प्रकार बेगुल बेगुले बेगुल बेदवैल दियां गुल गल्लां दे विच जड़े होए काली नाल उड़दे ने अते पदार्थ या स्वर्ग के देव भोगां रूपी बहुती चोग नूं तकदे ने जीवां रूप पंछी। भाव जिन्ना चिर पुण्य कर्म हुंदे ने उन्ना चिर स्वर्ग दा सुख रूपी चोगा चुगदे भोगदे हन। इसे प्रकार बेगुल बेगुले मनमुख जीव रूप पंछी बेगुल द्वैत वालियां गल्लां करन वाले हन। चोग घनी विषयां रूपी घनी हरियाणवी बोली है। आप कहने बहुत ही पंजाबी बोली बहुत ही है, घनी हरियाणवी बोली है। बहुत ही चोग नूं ताकै तकदे वेखदे रहिंदे हन। ओ तां बेगुले शीघ्र ही उड़ के नरकां दे विच चले जांदे हन, पापां दे भागीदार बन जांदे ने। पंख टुटे फाही बड़ी, जब प्राणा रूपी होई खंभ टुट गए तां फिर जमा दी फाही गल च पैनी हुई सीगी, काम दा कोई चंगा कीता नहीं है। आप गुण पीड़ बनी, औगणा वालियां नूं पीड़ बन गई, मुसीबत बन गई। उस भीड़ चों कड्ढण वाला सी सतगुरु, सतगुरु दी सेवा नहीं कीती। किसी कोलों काम लैना होवे मैनूं माफ़ करना। सतगुरु जी तां परमात्मा ने, साडे शहनशाह ने, साडे गुरु ने, पीर ने, माँ प्यो ने। वैसे एक दुनियावी उदाहरण है, कम से कम उन्होंने फोन करोगे थोड़ा बहुत तो उन्होंने मिलो जुलोगे, जांदियां सारी थोड़ी कह दोगे मेरा काम करो, जिहड़ा बंदा तुहानूं जानदा ही नहीं। तो पहला आपकी इंट्रोडक्शन ना कराओगे भी फलाने ने मैंने भेजे है या थोड़ी जानकारी इस तरह उस तरह, फिर ही काम आखोगे। मिले तो कभी है नहीं, कभी कोई जान पछाण नहीं कराई, कोई इंट्रोडक्शन भी मैं कौन है कितों आया, जांदियां सार मेरा काम कर दो जी, ये तो थोड़ा काम होगा। दुनियावी काम भी इस तरह नहीं होंगे। जब आप कहिए भी मुक्त हो जाइए जी, महाराज सानू फड़ के, महाराज वेला थोड़ा बैठा साडे लई, इन्नी दुनिया है, इन्ने संत भगत नाम जाते उन्हें सानू ही बांह फड़ के मुक्त करना, उन्हें होर कोई काम नहीं है। तो इस वास्ते मैनूं माफ़ करना। कभी बाल बच्चे नूं लिया के मत्था तां टकाया नहीं, कोई सेवा का कोई उपदेश नहीं था भी जोड़े झाड़ो करो, चरण गंगा की सेवा करो, कोई भांडे झूठे संगत दे चुको। तो गुरु साहब की आखे लैके कोई केस तो रखाई नहीं, कोई महाराज जी बाणी जपजी साहिब का पाठ तो पढ़ाया नहीं, कोई बच्चों की सुख लई महाराज वेला थोड़ा आखे तो लगते नहीं। आप कभी गुरु साहब को मन्निया नहीं, कभी आए नहीं गए नहीं, कोई अरदास नहीं, कोई बेनती नहीं, कोई आपकी जान पहचान नहीं, डेली नहीं बंदा ऐतवार ही मत्था टेक जाए। ऐतवार नहीं कोई 10वीं संगरांद मस्सिया इसे लिए बनाइया ने भी भुलिया भटका मेरे वर्गा, चलो इकट्ठ वेख के ही आ जाए। इन्नियां आवाज़ां आ रही हैं, इन्ने सोहने सोहने जथे प्रबंधक बुलाते हैं कि असीं इकट्ठे होके बैठिए, साडे महाराज कृपा करे, बाल बच्चे का मन लगे, गुरु साहब कृपा करना। तो आपकी जान पहचान कराने लई सानूं आउणा पैंदा है। ये जिहड़ी कथा है ये तो वधिया तुसीं टीवी ते सुन सकते हो। सब कुछ घर बैठिया अठे पैर साइंस के इन्ने वड्डे साधन ने, कुछ भी करन तो बगैर माड़ा जिहा सोच लाउणा, बस सब कुछ सानूं घर बैठिया प्राप्त हो रहा है। पर फिर भी आपां भज्जे भज्जे क्यों आउंदे आ भी भोगना पै जाए। अरदास च शामिल होइए, हुक्मनामा सुनिए, काहतों भी महाराज नूं साडी पहचान आवे भी आप गुरु साहब के चरणों की हाजरी भरे हैं भी फलाना बंदा भी है।
ਆਪਦੀ ਪਹਿਚਾਣ ਖਾਤਰ ਗੁਰੂ ਸਾਹਿਬ ਦੇ ਦਰਸ਼ਨ ਕਰਨੇ ਜ਼ਰੂਰੀ ਨੇ। ਹਰ ਮਰ ਨੂੰ ਬੇਨਤੀ ਕਰਨੀ ਲਾਜ਼ਮੀ ਹੈ। ਭਾਵੇਂ ਅੰਤਰਜਾਮੀ ਹੈ, ਪਰ ਮੇਰਾ ਅੰਤਰਜਾਮੀ ਜਾਣ, ਪਰ ਸਾਹਿਬਾਂ ਦੇ ਹੁੰਦਿਆਂ ਅਰਦਾਸੀਆ ਸਭਨਾਂ ਦੀ ਬੋਲ ਕੇ ਨਾਂ ਲੈ ਕੇ ਅਰਦਾਸ ਕਰਦਾ ਹੁੰਦਾ ਸੀ ਵੀ ਫਲਾਣੀ ਸੰਗਤ ਫਲਾਣੀ ਜਗ੍ਹਾ ਤੋਂ ਆਈ ਹੈ ਤੇ ਫਲਾਣੇ ਬੰਦੇ ਨੇ ਆਹ ਕੁਛ ਭੇਟਾ ਕੀਤਾ। ਇਹ ਮਰਜ਼ਾਦਾ ਹੈ ਗੁਰਦੁਆਰੇ ਦੀ। ਕਿੰਨਾ ਮਰਜੀ ਉਹ ਮਹਾਰਾਜ ਆਪਦੀ ਵੀ ਅਰਦਾਸ ਕਰਾਉਂਦੇ ਰਹੇ ਬਾਬੇ ਬੁੱਢੇ ਕੋਲ। ਤੁਸੀਂ ਦੱਸੋ, ਇਤਿਹਾਸ ਦੀ ਕਥਾ ਦੇ ਵਿੱਚ ਮੈਂ ਕਈ ਵਾਰ ਪੜ੍ਹਿਆ ਕਿ 6ਵੇਂ ਪਾਤਸ਼ਾਹ ਨੂੰ ਤਾਪ ਚੜ ਗਿਆ ਤੇ ਮਾਤਾ ਗੰਗਾ ਜੀ ਕਹਿੰਦੇ ਵੀ ਮਾਈਆਂ ਬੀਬੀਆਂ ਗੁਰੂ ਸਾਹਿਬ ਕਹਿੰਦੀਆਂ ਵੀ ਸੀਤਲਾ ਆ ਗਈ ਜੀ, ਮੰਦਿਰ ਜਾਓ ਜੀ। ਮਰ ਕਹਿੰਦੇ ਵਾਹਿਗੁਰੂ ਵਾਹਿਗੁਰੂ। ਤੁਹਾਨੂੰ ਇਹ ਗੱਲਾਂ ਕੌਣ ਕਰ ਰਿਹਾ? ਆਪਾਂ ਨਹੀਂ ਕਿਤੇ ਹੋਰ ਜਾਣਾ। ਆਪਾਂ ਗੁਰੂ ਨਾਨਕ ਸਾਹਿਬ ਦੇ ਸਿੱਖ ਹਾਂ। ਤੁਸੀਂ ਇਸ਼ਨਾਨ ਕਰਾਓ ਬਾਲਕ ਦਾ ਤੇ ਪ੍ਰਸ਼ਾਦ ਤਿਆਰ ਕਰਕੇ ਤੇ ਬਾਬੇ ਬੁੱਢੇ ਕੋਲੋਂ ਜਾ ਕੇ ਅਰਦਾਸ ਕਰਾਓ। ਆਪ ਦੀ ਅਰਦਾਸ ਵੀ ਮਹਾਰਾਜ ਗ੍ਰੰਥੀ ਕੋਲੋਂ ਕਰਾਉਂਦੇ ਹੁੰਦੇ ਸਨ। ਫਿਰ ਸਾਹਿਬ ਸੱਚੇ ਪਾਤਸ਼ਾਹ ਗੁਰੂ ਅਰਜਨ ਸਾਹਿਬ ਜੋਤੀ ਜੋਤ ਸਮਾਏ ਤੇ ਉਹਨਾਂ ਦਾ ਸਹਿਜ ਪਾਠ ਸਾਧ ਸੰਗਤ ਜੀਓ ਬਾਬੇ ਬੁੱਢੇ ਦੇ ਕੋਲੋਂ ਮਹਾਰਾਜ ਨੇ ਕਰਵਾਇਆ ਸੀਗਾ। ਆਖਿਆ ਬਾਬਾ ਜੀ ਤੁਸੀਂ ਸਿਆਣੇ ਪੁਰਖੋ ਅਰਦਾਸ ਕਰੋ। ਇੰਨਾ ਸਤਿਕਾਰ ਮਹਾਰਾਜ ਮਰਿਆਦਾ ਪੁਰਸ਼ੋਤਮ ਸਨ। ਅੱਜ ਆਪਾਂ ਇੱਕੋ ਹੀ ਗੱਲ ਪੜੀ ਹੋਈ ਹੈ, ਅਕਾਲ ਤਖਤ ਕੀ ਹੈ ਜੀ, ਬਾਬੇ ਕੀ ਨੇ ਜੀ, ਸਿੰਘ ਸਾਹਿਬ ਕੀ ਹੈ ਜੀ। ਆਪਾਂ ਤਾਂ ਕਿਸੇ ਨੂੰ ਨਹੀਂ ਮੰਨਦੇ ਜੀ, ਮਹਾਰਾਜ ਮੰਨਦੇ ਰਹੇ ਜੀ। ਮੈਨੂੰ ਮਾਫ ਕਰਨਾ। ਤੁਸੀਂ ਦੱਸੋ ਵੀ ਅਕਾਲ ਤਖਤ ਸਿਰਜਣ ਵਾਲੇ ਵੀ ਅਕਾਲ ਤਖਤ ਦੇ ਅਖੰਡ ਪਾਠ ਕਰਾਉਂਦੇ ਰਹੇ ਤੇ ਅਰਦਾਸ ਆਪਦੀ ਪਿਤਾ ਜੀ ਦੀ ਬਾਬੇ ਬੁੱਢੇ ਕੋਲੋਂ ਕਰਾਈ। ਸਾਨੂੰ ਬਕਾਇਦਾ ਕੱਪੜੇ ਦਿੱਤੇ, ਜੋੜਾ ਦਿੱਤਾ, ਸਾਰੀ ਮਰਜ਼ਾਦਾ, ਭੇਟਾ ਦਿੱਤੀ, ਪੈਸੇ ਦਿੱਤੇ। ਭਾਵੇਂ ਬਾਬੇ ਨੇ ਲੰਗਰ ਚਲਾਤੇ ਹੋਣ, ਘਰ ਨਹੀਂ ਲਿਜਾਏ ਤੇ ਪਰ ਮਰਜ਼ਾਦਾ ਤਾਂ ਨਿਭਾਈ। ਫਿਰ ਬਾਬੇ ਬੁੱਢੇ ਦੀ ਅਰਦਾਸ ਭਾਈ ਗੁਰਦਾਸ ਜੀ ਕੋਲੋਂ ਕਰਾਈ। ਰਮਦਾਸ ਉਹਨਾਂ ਦਾ ਸਰੀਰ ਸ਼ਾਂਤ ਹੋ ਗਿਆ ਤੇ ਆਖਿਆ ਭਾਈ ਗੁਰਦਾਸ ਜੀ ਇਹਨਾਂ ਦਾ ਸਹਿਜ ਪਾਠ ਕਰੋ। ਭੋਗ ਪਵਾਇਆ ਅਕਾਲ ਤਖਤ ਤੇ। ਤੁਸੀਂ ਦੱਸੋ। ਫਿਰ ਭਾਈ ਗੁਰਦਾਸ ਜੀ ਦੀ ਅਰਦਾਸ ਬਾਬੇ ਵਿਧੀ ਚੰਦ ਕੋਲੋਂ ਕਰਾਈ। ਆਖਿਆ ਬਾਬਾ ਜੀ ਤੁਸੀਂ ਬ੍ਰਹਮ ਗਿਆਨੀ ਹੋ। ਭਾਈ ਗੁਰਦਾਸ ਜੀ ਤੋ ਗੁਰੂ ਅਰਜਨ ਸਾਹਿਬ ਦੇ ਮਾਮਾ ਜੀ ਸਨ, ਇਹਨਾਂ ਦੀ ਅਰਦਾਸ ਕਰੋ। ਬ੍ਰਹਮ ਗਿਆਨੀਆਂ ਦੀਆਂ ਵੀ ਅਰਦਾਸਾਂ ਹੁੰਦੀਆਂ ਰਹੀਆਂ। ਤੋ ਇਸ ਵਾਸਤੇ ਮਰਜ਼ਾਦਾ ਹੈ ਗੁਰੂ ਮਹਾਰਾਜ ਦੇ ਚਰਨਾਂ 'ਚ ਆਪ ਦੀ ਪਹਿਚਾਣ ਕਰਾਉਣੀ और बोल के आपकी अरदास करनी कि महाराज ते हम अवगुण भरे एक गुण नाही, अमृत छाड़ बिखे बिख खाई। तुसीं दसो भी गुरु रामदास कोई अवगुण है? जे है तो दसो। पर वो भी आपकी अरदास खुद आप कर रहे हैं। ये गुरु रामदास की बाणी है, हम अवगुण भरे एक गुण नाही, अमृत छाड़ बिखे बिख खाई। ਅਸੀਂ ਬ੍ਰਹਮ ਗਿਆਨੀ ਹੋਵਾਂਗੇ, ਆਪਦੇ ਘਰ ਹੋਵਾਂਗੇ, ਆਪਦੇ ਡੇਰੇ ਹੋਵਾਂਗੇ। ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਨਹੀਂ ਜੇ ਕੋਈ ਬ੍ਰਹਮ ਗਿਆਨੀ ਸੰਤ ਸਾਧੂ, ਇੱਥੇ ਸਾਰੇ ਸਿੱਖ ਨੇ। ਔਰ ਸਭਨਾਂ ਦੀ ਅਰਦਾਸ ਕਰਨੀ ਬਣਦੀ ਹੈ, ਔਰ ਇੰਜ ਅਰਦਾਸ ਕਰਨੀ ਬਣਦੀ ਹੈ, ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੈ ਬਿਖ ਖਾਈ। ਮਾਇਆ ਮੋਹ ਭਰਮ ਪੈ ਭੁੱਲੇ, ਸੁਤ ਦਾਰਾ ਸਿਉ ਪ੍ਰੀਤ ਲਗਾਈ। ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ। उत्तम पंथ केड़ा? भाव भगती दा, गुरु दी संगत वाला रस्ता। इहदे ते तुरना सबना नूं कंपलसरी है, भावें कोई ब्रह्म ज्ञानी भी है, इत्थे तुरना कंपलसरी है। बाबा बुढ़ा साहब जी हैड ग्रंथी ड्यूटी निभाउंदे रहे, आउंदे जांदे महाराज दी सेवा ते गुरु साहब दी हाजरी, संगत दे विच बैठ के सेवा करदे रहे। शरीर दी सफलता इसे विच है। तो इसलिए एक उत्तम पंथ सुनियो गुर संगत, तेह मलंद जम त्रास मिटाई। जे आपां सारे घर ही बैठे रहिए, तुसीं दसो भी गुरुद्वारे आके सेवा कौन करूगा? इत्थे झाड़ू कौन, किनू आखांगे झाड़ू फेरो? दरियां कौन विछाऊगा? चादरां कौन धोऊगा? रोटियां कौन पकाऊगा? संगत दियां वरताऊगा कौन? आपां यही कहंदे आ ना भी गुरुद्वारे आउण दी लोड़ नहीं जी, बाणी बाणी की लोड़ नहीं जी। एडा बड़ा गुरु ग्रंथ साहब क्यों बनाया? ज्यों सवेर तो तकाला तक प्रकाश है। जे पढ़न वाले ही गल कहंदे सिखां दे मुंडे भी सानू तां लोड़ नहीं जी, फिर महाराज ने प्रकाश क्यों करवाया? एडा बड़ा बनाया क्यों? भी जे कल्ले वाहिगुरू नहीं सरदा हुंदा, आपां राधा स्वामी चेले बन के बस रब रब कर छड्डदे। पखंडी गुरु तां यही कहंदे ने भी माला फड़ो नाम जपो।
ਬਾਣੀ ਤੋਂ ਧਾਗੇ ਟੁੱਟੇ ਹੋਏ ਆ, ਵੱਡਿਆ ਰੂਹ ਤਾਂ ਉਹ ਨਹੀਂ ਕਰਦਾ। ਫਿਰ ਜੇ ਆਪਾਂ ਆਪ ਹੀ ਇਹ ਪ੍ਰਚਾਰ ਕਰਨ ਲੱਗ ਪਏ, ਦੱਸੋ ਫਿਰ ਆਏਗਾ ਕੌਣ? ਸੇਵਾ ਕਿਵੇਂ ਹੋਊਗੀ? ਗੁਰੂ ਘਰ ਏਡੇ ਏਡੇ ਵੱਡੇ, ਇੰਨੀਆਂ ਕਰੋੜਾਂ ਅਰਬਾਂ ਰੁਪਏ ਮਾਇਆ ਲਾ ਕੇ ਬਣੇ, ਆਪ ਆ ਕੇ ਬੈਠਾਂਗੇ ਹੀ ਨਹੀਂ, ਹਾਜ਼ਰੀ ਨਹੀਂ ਭਰਾਂਗੇ, ਆ ਪੱਖਿਆਂ ਦਾ ਕੀ ਫਾਇਦਾ ਹੋਇਆ? ਹੁਣ ਮਹਾਰਾਜ ਤਾਂ ਬਹਿ ਕੇ ਆ ਕੇ ਬਹਿਣੋਂ ਰਿਹਾ, ਉਹ ਤਾਂ ਸਾਨੂੰ ਉਪਦੇਸ਼ ਦੇ ਗਏ ਭਾਈ ਸੰਗਤ ਕਰੋ। ਹੁਣ ਗੁਰੂ ਨੇ ਥੋੜ੍ਹਾ ਆਪ ਇੱਥੇ ਬੈਠੇ ਰਹਿਣਾ, ਮਹਾਰਾਜ ਤਾਂ ਸਿੱਖਿਆ ਦੇ ਗਏ, ਸਾਡੇ ਲਈ ਹੈ ਸਾਰਾ ਕੁਝ। ਤੋ ਇਸ ਲਈ ਆਪ ਦੇ ਬੱਚਿਆਂ ਨੂੰ, ਆਪ ਦੇ ਪਰਿਵਾਰ ਨੂੰ ਮਹਾਰਾਜ ਗੁਰੂ ਗ੍ਰੰਥ ਸਾਹਿਬ ਨਾਲ ਜੋੜੀਏ। ਆਪਾਂ ਵਿਚਾਰ ਕਰ ਰਹੇ ਸੀ, ਅਵਗੁਣ ਭੀੜ ਬਣੀ, ਮਾਇਆ ਮੋਹ ਭਰਮ ਪੈ ਭੁੱਲੇ, ਸੁਤ ਧਾਰਾ ਸਿਉ ਪ੍ਰੀਤ ਲਗਾਈ, ਇੱਕ ਉਤਮ ਪੰਥ ਸੁਣਿਓ ਗੁਰ ਸੰਗਤ, ਤੇ ਮਲੰਦ ਜਮ ਤਰਾਸ ਮਟਾਈ, ਇੱਕ ਅਰਦਾਸ ਪਾਠ ਕੀਰਤ ਕੀ ਗੁਰੂ ਰਾਮਦਾਸ ਰੱਖੋ ਸਰਨਾਈ। ਇਹ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਜੀ, ਅਸੀਂ ਤੇਰੀ ਸ਼ਰਨ ਵਿੱਚ, ਸਾਨੂੰ ਆਪ ਦੀ ਸ਼ਰਨ ਵਿੱਚ ਰੱਖ ਕੇ ਸਾਡੇ ਔਗਣਾਂ ਨੂੰ ਬਖਸ਼ ਲਓ ਜੀ। ਜੇ ਅਰਦਾਸ ਨਹੀਂ ਕਰਾਂਗੇ ਤੇ ਵੱਡੇ ਵੱਡੇ ਜਿਹੜੇ ਕਾਣ ਸਨ, ਪਾਟੇ ਖਾਂ, ਨਾਡੂ ਖਾਂ ਵਰਗੇ, ਹਰਨਾਖ ਸ਼ਰਾਬਣ ਵਰਗੇ, ਉਹਨਾਂ ਦੇ ਵੀ ਜਦ ਭੀੜ ਬਣੀ, ਮੁਸੀਬਤ ਬਣੀ, ਉਹਨਾਂ ਦੀਆਂ ਵੀ ਚੀਕਾਂ ਨਿਕਲ ਗਈਆਂ। ਅਵਗੁਣ ਭੀੜ ਬਣੀ, ਜਦ ਔਗਣਾਂ ਵਾਲਿਆਂ ਨੂੰ ਭੀੜ ਮੁਸੀਬਤ ਬਣਦੀ ਹੈ ਤਾਂ ਫਿਰ ਪਤਾ ਚੱਲਦਾ ਹੈ ਇਸੇ ਪ੍ਰਕਾਰ ਪੰਖ ਟੁੱਟੇ, ਪੰਖ ਟੁੱਟੇ ਫਾਹੀ ਪੜੀ, ਜਦ ਪੁਰਾਣਾ ਰੂਪੀ ਖੰਭ ਟੁੱਟ ਗਏ, ਜਾਂ ਪੁੰਨਾ ਜਾਂ ਬਿਧ ਨਖੇਦ ਰੂਪੀ ਖੰਭ ਟੁੱਟ ਗਏ, ਪਾਪ ਪੁੰਨ ਕਰਮਾਂ ਦਾ ਫਲ ਭੋਗਿਆ ਜਾਂਦਾ, ਤਾਂ ਫਿਰ ਜਮਾਂ ਦੀ ਫਾਹੀ ਗਲ ਪੈ ਜਾਂਦੀ ਹੈ। ਅਵਗਣ ਭੀੜ ਬਣੀ, ਇਉਂ ਔਗਣੀ ਜੀਵਾਂ ਨੂੰ ਟੇਢੀਆਂ ਜੂਨਾਂ 'ਚ ਪੈਣ ਦੀ ਭੀੜ ਬਣੀ ਰਹਿੰਦੀ ਹੈ, ਕਾਲ ਜਾਂ ਨਰਕਾਂ 'ਚ ਪੈਣ ਦੀ ਬਿਪਤਾ ਬਣੀ ਰਹਿੰਦੀ ਹੈ। ਅਰਥਾਤ ਜਦ ਜਮਾਂ ਦੀ ਫਾਹੀ ਗਲ ਪਵੇਗੀ, ਉਸ ਵੇਲੇ ਸੂਖਮ ਸਰੀਰ ਤੇ ਸਤੂਲ ਸਰੀਰ ਦਾ ਵਿਜੋਗ ਹੋਵੇਗਾ। ਇਹ ਵਿਜੋਗ ਮਨੋਂ ਖੰਭ ਟੁੱਟਣਗੇ, ਅੱਗੇ ਜਾ ਕੇ ਆਪਣੇ ਹੀ ਔਗਣਾਂ ਦੀ ਆਪ ਨੂੰ ਹੀ ਬਿਪਤਾ ਬਣੇਗੀ। ਜਿਵੇਂ ਮੱਕੜੀ ਆਪ ਹੀ ਜਾਲਾ ਬਣਦੀ ਹੈ, ਆਪ ਹੀ ਵਿੱਚ ਫਸ ਕੇ ਮਰ ਜਾਂਦੀ ਹੈ। ਸਾਚੇ ਕਿਉਂ ਛੁੱਟੀ ਛੂਟੀ ਐ, ਸੱਚੇ ਨਾਮ ਤੋਂ ਬਿਨਾਂ ਕਿਵੇਂ ਛੁੱਟੋਗੇ ਭਾਈ ਦੱਸੋ? ਹਰ ਗੁਣ ਕਰਮ ਮਣੀ, ਤਦ ਹੀ ਹਰੀ ਪਰਮੇਸ਼ਰ ਦੇ ਗੁਣ ਗਾਉਣ ਦਾ ਸਮਾਂ ਪ੍ਰਾਪਤ ਹੁੰਦਾ ਹੈ। ਜੇ ਪ੍ਰਭੂ ਪ੍ਰਾਪਤੀ ਵਾਲੇ ਨਿਸ਼ਕਾਮ ਕਰਮਾਂ ਦੀ ਰਤੀ ਕੋਲ ਹੋਵੇ, ਪਰਮੇਸ਼ਰ ਦੇ ਗੁਣ ਗਾਉਣ ਦੀ ਗੁਰਾਂ ਦੁਆਰਾ ਦਾਤ ਪ੍ਰਾਪਤ ਹੁੰਦੀ ਹੈ। ਜਦ ਮੱਥੇ ਦੇ ਸ਼੍ਰੋਮਣੀ ਕਰਮ ਲਿਖੇ ਹੋਣ, ਜੋ ਪਰਮੇਸ਼ਰ ਦੇ ਉਪਕਾਰਾਂ ਨੂੰ ਚੇਤੇ ਕਰਨ ਦੀ ਕਮਾਈ ਕਰਨੀ ਹੈ, ਇਹ ਦਾਤ ਸ਼੍ਰੋਮਣੀ ਕਰਮਾਂ ਕਰਕੇ ਪ੍ਰਾਪਤ ਹੁੰਦੀ ਹੈ, ਜਾਂ ਗੁਰਾਂ ਦੀ ਕਿਰਪਾ ਕਰਕੇ ਹੀ ਪਰਮੇਸ਼ਰ ਦੇ ਗੁਣ ਗਾਉਣ ਦੀ ਤੇ ਭਗਤੀ ਰੂਪ ਚਿੰਤਾਮਣੀ ਦਾਤ ਪ੍ਰਾਪਤ ਹੁੰਦੀ ਹੈ। ਬਿਨਾਂ ਸੱਚੇ ਨਾਮ ਤੋਂ ਕਿਵੇਂ ਛੁੱਟੋਗੇ? ਆਪ ਛਡਾਏ ਛੁੱਟੀਐ, ਉਹ ਪਰਮੇਸ਼ਰ ਆਪ ਸਭ ਤੋਂ ਵੱਡਾ ਤੇ ਸਰਬ ਦਾ ਮਾਲਕ ਹੈ। ਜਦੋਂ ਆਪ ਛੁਡਾਏ ਤਾਂ ਹੀ ਨਰਕਾਂ ਤੋਂ, ਕਾਲ ਤੋਂ, ਜਮਨ ਮਰਨ ਦੇ ਦੁੱਖਾਂ ਆਦਿਕਾਂ ਤੋਂ ਛੁਟਕਾਰਾ ਪਾਈਦਾ ਹੈ। ਵੱਡਾ ਆਪ ਧਣੀ, ਕਿਉਂਕਿ ਸਭ ਤੋਂ ਵੱਡਾ ਮਾਲਕ ਉਹ ਵਾਹਿਗੁਰੂ ਹੀ ਹੈ। ਆਪਾਂ ਤਾਂ ਐਵੇਂ ਛੋਟੇ ਛੋਟੇ ਮਾਲਕ ਬਣੇ ਹੋਏ ਹਾਂ। ਗੁਰ ਪ੍ਰਸਾਦੀ ਛੁੱਟੀਐ, ਸਤਿਗੁਰਾਂ ਦੀ ਕਿਰਪਾ ਨਾਲ ਹੀ ਛੁਟਕਾਰਾ ਪਾਈਦਾ ਜੀ। ਇਸ ਲਈ ਜਿੱਥੇ ਮਰਜ਼ੀ ਭੱਜ ਲਓ, ਜੋ ਮਰਜ਼ੀ ਕਰ ਲਓ, ਬਿਨਾਂ ਅੰਮ੍ਰਿਤ ਛਕ ਕੇ ਨਾਮ ਜਪਣ ਤੋਂ ਛੁਟਕਾਰਾ ਨਹੀਂ ਜੇ ਹੋਣਾ। ਸੋਧਤ ਸੋਧਤ ਸੋਧ ਵਿਚਾਰਾ, ਬਿਨ ਹਰ ਭਜਨ ਨਹੀਂ ਛੁਟਕਾਰਾ। ਕਿਰਪਾ ਆਪ ਕਰੇ, ਤੇ ਭਜਨ ਉਹ ਕਰਦਾ ਹੈ ਜਿਹਦੀ ਤੇ ਵਾਹਿਗੁਰੂ ਆਪ ਮਿਹਰ ਦੀ ਦ੍ਰਿਸ਼ਟੀ ਕਰਕੇ ਗੁਰਾਂ ਨਾਲ ਮਿਲਦਾ ਹੈ। ਆਪਣੇ ਹਾਥ ਵਡਾਈਆ, ਸਾਰੀਆਂ ਵਡਿਆਈਆਂ ਵਾਹਿਗੁਰੂ ਜੀ ਨੇ ਆਪਣੇ ਹੱਥ ਵਿੱਚ ਰੱਖੀਆਂ ਹੋਈਆਂ ਨੇ। ਜੈ ਭਾਵੈ ਤੈ ਦੇ, ਜਿਹੜਾ ਉਹਨੂੰ ਚੰਗਾ ਲੱਗਦਾ ਉਸੇ ਨੂੰ ਦਿੰਦਾ ਹੈ। ਇਸ ਲਈ ਉਹਦੇ ਚਰਨਾਂ 'ਚ ਅਰਦਾਸ ਕਰੀਏ ਕਿ ਮਹਾਰਾਜ ਕਿਰਪਾ ਕਰ, ਜਿਹਦੀ ਭਗਤੀ ਉਹਨੂੰ ਪਾ ਜਾਏ, ਜਿਹਦੀ ਭਾਵਨਾ ਉਹਨੂੰ ਪਾ ਜਾਏ, ਜਿਹੜਾ ਉਹਦੇ ਤੇ ਭਾਵਨਾ ਕਰਦਾ ਉਹਨੇ ਉਸੇ ਨੂੰ ਹੀ ਦਾਤਾਂ ਮਿਲਦੀਆਂ। ਦਾਤਾ ਦਾਤ ਰੱਖੀ ਹੱਥ ਆਪਣਾ, ਜਿਸ ਭਾਵੈ ਤਿਸ ਦੇਈ, ਨਾਨਕ ਨਾਮ ਰਤੇ ਸੁਖ ਪਾਇਆ। ਦਰਗਹਿ ਜਾਪੈ ਸਈ। ਭੁੱਲਾਂ ਚੁੱਕਾਂ ਖਿਮਾ ਕਰੋ ਜੀ, ਅੱਗੇ ਤੋਂ ਸਮਤ ਬਖਸ਼ੋ।
ਗੁਰ ਪ੍ਰਸਾਦੀ ਛੂਟੀਐ ਕਿਰਪਾ ਆਪ ਕਰੇ ਆਪਣੇ ਹਾਥ ਵਡਾਈਆ ਜੈ ਭਾਵੈ ਤਾਂ ਦੇ। ਵਾਹਿਗੁਰੂ ਜੀ ਕਾ ਖਾਲਸਾ